ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਖਬਰ ਪੜਤਾਲ ਦਾ ਇੱਕ ਖਾਸ ਪ੍ਰੋਗਰਾਮ, ਜਿਸ ਦੇ ਵਿੱਚ ਹਰ ਰੋਜ਼ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਅੱਜ ਵੀ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਹੈ। ਅੱਜ ਦਾ ਦਿਨ ਇਤਿਹਾਸਿਕ ਪੱਖ ਤੋਂ ਵੀ ਅਹਿਮ ਹੈ ਤੇ ਅੱਜ ਦੇ ਦਿਨ ਇਤਿਹਾਸ ਵੀ ਬਣ ਸਕਦਾ ਹੈ। ਇਤਿਹਾਸਿਕ ਪੱਖ ਤੋਂ ਕਹੀਏ ਤਾਂ ਅੱਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਇਸ ਕਰਕੇ ਇਤਿਹਾਸਿਕ ਪੱਖ ਤੋਂ ਅਹਿਮ ਹੈ ਤੇ ਇਤਿਹਾਸ ਇਸ ਕਰਕੇ ਬਣ ਸਕਦਾ ਕਿਉਂਕਿ ਅੱਜ ਦੇ ਦਿਨ ਵੱਡੀਆਂ ਮੀਟਿੰਗਾਂ ਨੇ। ਬੇਸ਼ੱਕ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ, ਉਹ ਵੀ ਵੱਡੀ ਸੁਣਵਾਈ ਹੈ। ਦਿੱਲੀ ਪੁਲਿਸ ਨੇ ਫੈਸਲਾ ਦੇਣਾ ਕਿਸਾਨ ਪਰੇਡ ਨੂੰ ਲੈ ਕੇ, ਉਹ ਵੀ ਬਹੁਤ ਅਹਿਮ ਹੈ। ਉਧਰ ਕੇਂਦਰ ਤੇ ਕਿਸਾਨਾਂ ਵਿਚਕਾਰ ਵੀ ਅੱਜ ਬੈਠਕ ਹੈ। ਇਹ ਦਿਨ ਇਸ ਕਰਕੇ ਅੱਜ ਬਹੁਤ ਅਹਿਮ ਹੈ ਤੇ ਸਭ ਤੋਂ ਵੱਡੀ ਗੱਲ, ਅੱਜ ਕਿਸਾਨਾਂ ਨੇ ਸੰਕਲਪ ਦਿਹਾੜਾ ਵੀ ਮਨਾਉਣਾ ਹੈ। ਸੋ ਇਸ ਕਰਕੇ ਅੱਜ ਚਾਰ ਵੱਡੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੀ ਕਮੇਟੀ ਦੀ ਕੱਲ ਪਹਿਲੀ ਬੈਠਕ ਹੋਈ ਹੈ ਤੇ ਫਿਰ ਕੱਲ ਨੂੰ ਦੂਜੀ ਬੈਠਕ ਹੋਣੀ ਹੈ, ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਨਾਲ ਹੀ ਸੰਸਦ ਦੇ ਵਿੱਚ ਹੁਣ ਤੱਕ ਜਿਹੜੇ ਪਾਰਲੀਮੈਂਟ ਮੈਂਬਰ ਸਸਤਾ ਖਾਣਾ ਖਾਂਦੇ ਸੀ, ਹੁਣ ਉਹਨਾਂ ਨੂੰ ਜੇਬ ਦੇ ਵਿੱਚੋਂ ਵੱਧ ਪੈਸੇ ਖਰਚਣੇ ਪੈਣਗੇ। ਇਹ ਕਿੱਦਾਂ ਹੋਇਆ ਹੈ, ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਨਾਲ ਹੀ ਫਿਲਮੀ ਅਦਾਕਾਰ ਸਨੀ ਦਿਓਲ ਦੇ ਸੁਪੁੱਤਰ ਦੇ ਵੱਲੋਂ ਕੁਝ ਅਜਿਹੇ ਟਵੀਟ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਚਰਚਾਵਾਂ ਬਹੁਤ ਨੇ। ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਹੁਣਾਂ ਦਾ ਸਵਾਗਤ ਕਰਾਂਗੇ, ਫਿਰ ਚਰਚਾ ਤੇ ਗੱਲਬਾਤ ਕਰਾਂਗੇ। ਡੱਲਾ ਜੀ ਸਵਾਗਤ ਹੈ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ। ਡੱਲਾ ਜੀ, ਅੱਜ ਦਾ ਦਿਨ ਨੂੰ ਸਭ ਤੋਂ ਪਹਿਲਾਂ ਕਿੱਦਾਂ ਵੇਖ ਰਹੇ ਹੋ, ਕਿਉਂਕਿ ਚਾਰ ਵੱਡੀਆਂ ਚੀਜ਼ਾਂ ਨੇ ਅੱਜ ਦੇ ਦਿਨ ਦੇ ਵਿੱਚ। ਦੇਖੋ, ਬੜਾ ਪਵਿੱਤਰ ਦਿਨ ਹੈ ਅੱਜ, ਔਰ ਅੱਜ ਆਸ ਕਰਾਂਗੇ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਵੱਡਾ ਜਿਗਰਾ ਦਿਖਾਵੇ, ਵੱਡਾ ਦਿਲ ਦਿਖਾਵੇ, ਔਰ ਖ਼ਾਸ ਤੌਰ ਤੇ ਕਿਸਾਨਾਂ ਨੂੰ ਅੱਜ ਤੋਹਫਾ ਕੋਈ ਦੇਵੇ। ਸੋ ਵੱਡਾ ਦਿਲ ਅਗਰ ਸਰਕਾਰ ਨੇ ਅੱਜ ਦਿਖਾਤਾ ਤੇ ਇਹ ਦਿਨ ਬਹੁਤ ਪਵਿੱਤਰ ਹੈ ਤੇ ਇਹ ਦਿਨ ਹੋਰ ਕਿਸਾਨਾਂ ਦੇ ਲਈ ਵੀ ਜਿਹੜਾ ਹੈਗਾ ਖੁਸ਼ੀਆਂ ਲੈ ਕੇ ਆਉਣ ਵਾਲਾ ਦਿਨ ਬਣ ਸਕਦਾ ਹੈ। ਹੁਣ ਦੇਖੋ, ਤੇ ਅੱਜ ਕਈ ਪਾਸੇ ਪੁਰਾਣੀਆਂ ਗੁੰਝਲਾਂ ਪਈਆਂ ਹੋਈਆਂ ਨੇ, ਅੱਜ ਉਹ ਗੁੰਝਲਾਂ ਖੁੱਲ੍ਹ ਸਕਦੀਆਂ ਨੇ। ਦੇਖੋ, ਸੁਪਰੀਮ ਕੋਰਟ 'ਚ ਫੈਸਲਾ ਹੋਣਾ ਅੱਜ ਜੀ। ਸਰਕਾਰ ਨੇ ਪਟੀਸ਼ਨ ਲਾਈ ਹੋਈ ਹੈ ਵੀ ਤੁਸੀਂ ਪਰੇਡ ਰੱਦ ਕਰੋ, ਪਰੇਡ ਨਾ ਕਰਨ ਦਿਓ, ਮਨਜ਼ੂਰੀ ਨਾ ਦਿਓ। ਕਿਸਾਨ ਕਹਿੰਦੇ ਅਸੀਂ ਤਾਂ ਕਰਨੀ ਹੈ ਟਰੈਕਟਰ ਪਰੇਡ, ਗਣਤੰਤਰ ਦਿਹਾੜਾ ਮਨਾਉਣਾ ਹੈ, ਸਾਡਾ ਤਾਂ ਬਹੁਤ ਦਿਨਾਂ ਦਾ ਪ੍ਰੋਗਰਾਮ ਚੱਲਦਾ ਸੀ। ਹੁਣ ਤੁਸੀਂ ਦੇਖੋ, ਪੁਲਿਸ 2-3 ਦਿਨਾਂ ਦੀ ਕਿੰਨੀ ਐਕਟਿਵ ਹੈ ਗਗਨ। ਵੱਡੇ ਵੱਡੇ ਅਫਸਰ ਨੇ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਨੇ। ਹੁਣ ਸਿੰਘੂ ਬਾਰਡਰ ਹੋਟਲ 'ਚ ਵੀ ਮੀਟਿੰਗਾਂ ਕਰ ਰਹੇ ਨੇ ਬਹਿ ਕੇ ਜੀ। ਹੁਣ ਕਿਉਂਕਿ ਦਿਨ ਰਹਿ ਗਏ ਥੋੜੇ, ਅੱਜ ਅਸੀਂ 20 ਜਨਵਰੀ 'ਚ ਆ ਗਏ ਹਾਂ। 26 ਜਨਵਰੀ ਨੂੰ ਗਣਤੰਤਰ ਦਿਹਾੜਾ ਹੈ, 26 ਜਨਵਰੀ ਨੂੰ ਪਰੇਡ ਹੈ। ਹੁਣ 5-6 ਦਿਨ ਪਹਿਲਾਂ ਇੰਨੀ ਤੇਜ਼ੀ ਨਾਲ ਇਹ ਸਾਰੀ ਪੁਲਿਸ ਐਕਟਿਵ ਹੋਈ ਹੈ। ਪਹਿਲਾਂ ਪੁਲਿਸ ਸੁਸਤ ਸੀ, ਕਿਸਾਨਾਂ ਨੇ ਤਾਂ 15-20 ਦਿਨ ਪਹਿਲਾਂ ਦਾ ਐਲਾਨ ਕੀਤਾ ਹੋਇਆ। ਕਿੰਨੇ ਦਿਨ ਪਹਿਲਾਂ ਤਾਂ ਉਹਨਾਂ ਨੇ ਇੱਕ ਟਰੈਕਟਰ ਮਾਰਚ ਵੀ ਕੱਢਤਾ ਸੀ। ਕਿਸਾਨਾਂ ਨੇ ਐਲਾਨਾਂ ਤੋਂ ਬਾਅਦ ਪੂਰੇ ਮੁਲਕ 'ਚ ਕਿਸਾਨਾਂ ਨੇ ਆਪਣੇ ਟਰੈਕਟਰ ਠੀਕ ਕਰਾ ਲਏ, ਰੰਗ ਰੋਗਨ ਕਰਾ ਲਏ, ਟਾਇਰ ਟਿਊਬਾਂ ਸੈੱਟ ਕਰਾ ਲਈਆਂ ਜੀ ਕਿਸਾਨਾਂ ਨੇ ਤਾਂ। ਔਰ ਦਿੱਲੀ ਦੀ ਪੁਲਿਸ ਹੁਣ ਮੀਟਿੰਗਾਂ ਕਰ ਰਹੀ ਹੈ ਕਿਸਾਨਾਂ ਨਾਲ। ਇਹ 15 ਦਿਨ ਪਹਿਲਾਂ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਸੀ ਦਿੱਲੀ ਦੀ ਪੁਲਿਸ ਨੂੰ। ਜੇ ਕੋਈ ਲੋੜ ਹੁੰਦੀ, ਗ੍ਰਹਿ ਮੰਤਰੀ ਦੇ ਹੁਕਮਾਂ ਨਾਲ ਦੂਜੇ ਸੂਬਿਆਂ ਤੋਂ ਫੋਰਸ ਮੰਗਾ ਲੈਂਦੇ ਤਾਂ ਕਿ ਸੁਰੱਖਿਆ ਸਾਰਿਆਂ ਨੂੰ ਦਿੱਤੀ ਜਾਂਦੀ। ਕਿਸਾਨਾਂ ਨੂੰ ਵੀ ਸੁਰੱਖਿਆ ਦੇਣਾ ਬਣਦਾ ਜੀ। ਪੁਲਿਸ ਦੀ ਜ਼ਿੰਮੇਵਾਰੀ ਇਹੀ ਹੈ। ਪੁਲਿਸ ਇੱਕ ਸਰਵਿਸਿਜ਼ ਦੇਣ ਵਾਲੀ ਏਜੰਸੀ ਹੈ ਸਾਡੀ, ਪੁਲਿਸ ਸੇਵਾ ਦੇਣ ਵਾਲੀ ਏਜੰਸੀ ਹੈ। ਸੋ ਪੁਲਿਸ ਨੇ ਦੇਰ ਕਰਤੀ, ਮੈਂ ਤਾਂ ਕਹੂੰਗਾ। ਔਰ ਸੁਪਰੀਮ ਕੋਰਟ ਨੇ ਦੇਖੋ, ਫਿਰ ਇਹ ਸੁਪਰੀਮ ਕੋਰਟ ਕੋਲ ਚਲੇ ਜਾਂਦੇ ਆ ਵੀ ਸੁਪਰੀਮ ਕੋਰਟ ਜੀ ਇਹਨਾਂ ਨੂੰ ਰੱਦ ਕਰੋ, ਇਹਨਾਂ ਦਾ ਗਣਤੰਤਰ ਦਿਵਸ ਦਾ ਇਹ ਪਰੇਡ ਕਰਨਾ ਚਾਹੁੰਦੇ ਨੇ। ਸੁਪਰੀਮ ਕੋਰਟ ਕਹਿੰਦੀ ਇਹ ਤਾਂ ਫੈਸਲਾ ਤੁਸੀਂ ਕਰੋ, ਤਾਕਤ ਤੁਹਾਨੂੰ ਦਿੱਤੀ ਹੋਈ ਹੈ ਵੀ ਕਿਹਨੂੰ ਮਨਜ਼ੂਰੀ ਦੇਣੀ ਹੈ, ਕਿਹਨੂੰ ਨਹੀਂ ਦੇਣੀ। ਪੁਲਿਸ ਆਪਣੇ ਕੋਲੋਂ ਇਹ ਗੱਲ ਸੁਪਰੀਮ ਕੋਰਟ 'ਚ ਛੱਡ ਦੇਣਾ ਚਾਹੁੰਦੀ ਸੀ ਵੀ ਸੁਪਰੀਮ ਕੋਰਟ ਫੈਸਲਾ ਦੇ ਦੇ ਤੇ ਅਸੀਂ ਕਹਿ ਦਈਏ ਜੀ ਸੁਪਰੀਮ ਕੋਰਟ ਦਾ ਫੈਸਲਾ, ਇਹਨੂੰ ਲਾਗੂ ਕਰੋ। ਹੈ ਜੀ, ਪੁਲਿਸ ਨੂੰ ਤਨਖਾਹ ਕਾਹਦੀ ਮਿਲਦੀ ਹੈ ਜੀ, ਵੱਡੇ ਵੱਡੇ ਅਫਸਰਾਂ ਨੂੰ। ਹੈ ਜੀ, ਕਾਜੂ ਬਦਾਮ ਦੇ ਪੈਸੇ ਵੀ ਸਰਕਾਰ ਨੂੰ ਜੋੜਨੇ ਚਾਹੀਦੇ ਇਹਨਾਂ ਲਈ ਜੀ। ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਕਾਜੂ ਬਦਾਮ ਭੱਤੇ ਵੀ ਦਿਓ ਤਾਂ ਕਿ ਇਹ ਵਕਤ ਰਹਿੰਦੇ ਸੋਚਣ। 20 ਦਿਨ ਪਹਿਲਾਂ ਇਹ ਸੋਚ ਲੈਂਦੇ। ਉਂਝ ਤਾਂ ਦੇਖੋ, ਸਾਡੇ ਅਫਸਰ ਕਾਬਲ ਵੀ ਬੜੇ ਨੇ। ਪੁਲਿਸ ਪੰਜਾਬ 'ਚ ਦੇਖੋ, ਕੁਝ ਘਟਨਾਵਾਂ ਹੋਈਆਂ ਸੀ ਜਦੋਂ ਲੋਕਡਾਊਨ ਸੀ, ਮਾੜੀ ਮੋਟੀ ਸਖਤੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕੁਝ ਪੁਲਿਸ ਮੁਲਾਜ਼ਮਾਂ ਨੇ, ਉਹ ਵਿਰੋਧ ਹੋ ਗਿਆ। ਪਰ ਕਿੱਡੀ ਸੇਵਾ ਕੀਤੀ ਪੰਜਾਬ ਦੀ ਪੁਲਿਸ ਨੇ ਜੀ। ਲੰਗਰ ਆਪ ਬਣਾਏ। ਮੈਂ ਦੇਖਿਆ ਪੁਲਿਸ ਮੁਲਾਜ਼ਮ, ਸਾਡੀਆਂ ਭੈਣਾਂ ਕਾਂਸਟੇਬਲ ਆਪ ਲੰਗਰ ਬਣਾ ਰਹੀਆਂ ਸੀ ਜੀ, ਪ੍ਰਸ਼ਾਦੇ ਬਣਾ ਰਹੀਆਂ ਸੀ। ਵਰਦੀ ਪਾ ਕੇ ਸਵੇਰੇ ਡਿਊਟੀ ਤੇ ਆਉਣਾ, ਸਾਰਾ ਦਿਨ ਲੋਕਾਂ ਨੂੰ ਲਾਅ ਐਂਡ ਆਰਡਰ ਮੇਨਟੇਨ ਕਰਨਾ, ਢਿੱਡ ਤੋਂ ਭੁੱਖੇ ਲੋਕਾਂ ਨੂੰ ਭੋਜਨ ਛਕਾਉਣਾ, ਪੈਕਟ ਵੰਡਣੇ। ਪੁਲਿਸ ਲਾਈਨ 'ਚ ਲੰਗਰ ਤਿਆਰ ਹੁੰਦਾ ਸੀ ਤੇ ਜ਼ਰੂਰਤਮੰਦਾਂ ਨੂੰ ਵੰਡਿਆ ਜਾਂਦਾ ਸੀ ਜੀ। ਦਿੱਲੀ ਦੀ ਪੁਲਿਸ ਨੇ ਲੰਗਰ ਵੰਡੇ ਹੋਣ, ਇਹ ਮੈਨੂੰ ਬਹੁਤੀ ਜਾਣਕਾਰੀ ਹੈ ਨਹੀਂ। ਬਾਕੀ ਠੀਕ ਹੈ, ਉੱਦਾਂ ਦਿੱਲੀ ਦੀ ਪੁਲਿਸ ਨੇ ਵੀ ਚੰਗੀ ਭੂਮਿਕਾ ਅਦਾ ਕੀਤੀ, ਪਰ ਪੰਜਾਬ ਦਾ ਮੁਕਾਬਲਾ ਨਹੀਂ ਕਰ ਸਕੀ ਦਿੱਲੀ ਦੀ ਪੁਲਿਸ। ਹੁਣ ਇਸ ਮਾਮਲੇ 'ਚ ਵੀ ਦਿੱਲੀ ਦੀ ਪੁਲਿਸ ਕੋਈ
ਬਹੁਤ ਜ਼ਿਆਦਾ ਸ਼ਲਾਘਾਯੋਗ ਕੰਮ ਨਹੀਂ ਗਗਨ ਕਰ ਸਕੀ। ਸਮੇਂ ਰਹਿੰਦੇ ਉਹਨਾਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਸੀ। ਹੁਣ ਉਹੀ ਕਹਾਵਤ ਹੋ ਗਈ, ਮੈਂ ਕੱਲ ਵੀ ਕਹਿੰਦਾ ਸੀ, ਉਧਰੋਂ ਆਈ ਜਨ ਬਿੰਨੋ ਕੁੜੀ ਦੇ ਕੰਨ ਜੀ ਹੈ ਜੀ। ਸੋ ਇਸ ਕਰਕੇ ਕਈ ਸਾਡੇ ਇਹੋ ਜਿਹੇ ਵੀ ਹੁੰਦੇ ਵੀ ਘੋੜੀ ਚੜਨ ਦਾ ਟਾਈਮ ਆ ਗਿਆ, ਉਦੋਂ ਕਹਿੰਦੇ ਉਹ ਘੋੜੀ ਵਾਲਾ ਤਾਂ ਸੱਦਿਆ ਹੀ ਨਹੀਂ ਆਪਾਂ, ਜੀ ਫਿਰ ਘੋੜੀ ਲੈਣ ਜਾਂਦੇ ਜੀ ਬਾਜ਼ਾਰ 'ਚ। ਉਹ ਜਦੋਂ ਵਿਆਹਾਂ ਦੇ ਦਿਨ ਹੁੰਦੇ ਨੇ ਉਦੋਂ ਘੋੜੀਆਂ ਬੁੱਕ ਹੁੰਦੀਆਂ ਨੇ, ਸਜਾ ਸਜੂ ਕੇ ਘੋੜੀਆਂ ਰੱਖੀਆਂ ਹੁੰਦੀਆਂ ਨੇ, ਰੰਗ ਬਰੰਗੇ ਕੱਪੜੇ ਘੁੰਗਰੂ ਪਾਏ ਹੁੰਦੇ ਉਹਨਾਂ ਦੇ। ਸੋ ਕਹਿਣ ਦਾ ਮਤਲਬ ਗਗਨ ਮੇਰੇ ਇਹ ਹੈ ਕਿ ਵਿਉਂਤਬੰਦੀ ਹੋਣੀ ਬਹੁਤ ਜ਼ਰੂਰੀ ਹੈ। ਉਸੇ ਤਰ੍ਹਾਂ ਦੀ ਵਿਉਂਤਬੰਦੀ ਦੀ ਕਮੀ ਸਰਕਾਰ 'ਚ ਰਹੀ। ਕਾਨੂੰਨ ਪਾਸ ਕਰਤੇ, ਵਿਉਂਤਬੰਦੀ ਹੈ ਨਹੀਂ ਸੀ, ਹੈ ਜੀ। ਬਿਨਾਂ ਨੀਹਾਂ ਭਰੇ ਜੇ ਆਪਾਂ ਮਕਾਨ ਬਣਾ ਦਿਆਂਗੇ ਤੇ ਪਹਿਲੇ ਭੁਚਾਲ ਨਹੀਂ ਹਿਲਾ ਦੇਣਾ ਸਾਰਾ ਕੁਝ। ਜੀ ਜਿਵੇਂ ਮਿੱਟੀ ਦੀ ਚਣਾਈ ਹੋਵੇ ਨਾ ਜੀ ਕੰਧ ਦੀ, ਤੇ ਟੀਪ ਕਰ ਦੇਣੀ ਚਾਹੀਦੀ ਹੈ। ਹੁਣ ਸਰਕਾਰ ਨੇ ਕਾਨੂੰਨ ਐਡੀ ਤੇਜ਼ੀ ਨਾਲ ਪਾਸ ਕੀਤੇ, ਟੀਪ ਕੀਤੀ ਨਹੀਂ। ਹੁਣ ਪਹਿਲੇ ਮੀਂਹ ਦੇ ਨਾਲ ਹੀ ਮਿੱਟੀ ਨਿਕਲ ਗਈ, ਕੰਧਾਂ 'ਚੋਂ ਇੱਟਾਂ ਹੀ ਰਹਿ ਗਈਆਂ। ਸੋ ਹੁਣ ਕੀ ਹੈ ਕਿ ਸਰਕਾਰ ਨੇ ਵੀ ਕਾਹਲੀ ਕੀਤੀ ਕਾਨੂੰਨ ਬਣਾਉਣ 'ਚ, ਹੁਣ ਸਰਕਾਰ ਵੀ ਵਿਉਂਤਬੰਦੀ 'ਚ ਫੇਲ ਹੋ ਗਈ। ਹੁਣ ਸੁਪਰੀਮ ਕੋਰਟ ਦੇ ਨਿਗਾਹ ਟਿਕਾਤੀ, ਸੁਪਰੀਮ ਕੋਰਟ ਤੇ ਪੁਲਿਸ ਨੇ ਵੀ ਔਰ ਸਰਕਾਰ ਨੇ ਵੀ। ਸੋ ਇਸ ਕਰਕੇ ਅੱਜ ਦਾ ਦਿਨ ਕੀ ਸੁਪਰੀਮ ਕੋਰਟ ਦੇਖੋ, ਉਸ ਤੋਂ ਪਹਿਲਾਂ ਤਾਂ ਪੁਲਿਸ ਨੂੰ ਫੈਸਲਾ ਲੈਣਾ ਪੈਣਾ ਨਾ। ਜਿਹੜੀ ਪਿਛਲੀ ਸੁਣਵਾਈ ਸੀ ਗਗਨ ਜੀ, ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਫੈਸਲਾ ਕਰੇ ਆਪਣੇ ਆਪ, ਤੇ ਸੁਣਵਾਈ 20 ਤੇ ਟਾਲਤੀ। ਹੁਣ ਦਿੱਲੀ ਦੀ ਪੁਲਿਸ ਦੇ ਅਫਸਰ ਜਦੋਂ ਪੇਸ਼ ਹੋਣਗੇ ਸਮੇਤ ਵਕੀਲ ਸੁਪਰੀਮ ਕੋਰਟ 'ਚ, ਤੇ ਸੁਪਰੀਮ ਕੋਰਟ ਪੁੱਛੂਗੀ ਵੀ ਤੁਸੀਂ ਕੀ ਫੈਸਲਾ ਕੀਤਾ। ਸੋ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਪੁਲਿਸ ਇੱਕ ਫੈਸਲਾ ਕਰੂਗੀ। ਜਾਂ ਤਾਂ ਦਿੱਲੀ ਪੁਲਿਸ ਕਹੂਗੀ ਕਿ ਅਸੀਂ ਮਨਜ਼ੂਰੀ ਦਿੰਨੇ ਆ ਜੀ, ਤੇ ਅਸੀਂ ਸੁਰੱਖਿਆ ਦੇਵਾਂਗੇ ਕਿਸਾਨ ਪਰੇਡ 'ਚ, ਕਿਸਾਨਾਂ ਨੂੰ ਟਰੈਕਟਰਾਂ ਨੂੰ ਸੁਰੱਖਿਆ ਦੇਵਾਂਗੇ, ਜਾਂ ਦਿੱਲੀ ਦੀ ਪੁਲਿਸ ਕਹੂਗੀ ਕਿ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ, ਹੱਥ ਖੜੇ ਕਰ ਦੂ। ਫਿਰ ਸੁਪਰੀਮ ਕੋਰਟ ਦਿੱਲੀ ਦੀ ਪੁਲਿਸ ਦੇ ਫੈਸਲੇ ਦੇ ਮੁਤਾਬਕ ਸੁਣਵਾਈ ਅੱਗੇ ਵਧਾਊਗੀ। ਜੀ, ਕਿਉਂਕਿ ਦੇਖੋ ਕਿਸਾਨਾਂ ਨੇ ਤਾਂ ਸਾਰੀਆਂ ਮੀਟਿੰਗਾਂ ਤੋਂ ਬਾਅਦ ਸਪਸ਼ਟ ਕਹਿਤਾ ਕਿ ਅਸੀਂ ਤਾਂ ਜਿਹੜੀ ਇਹ ਗਣਤੰਤਰ ਦਿਵਸ ਨੂੰ ਮਨਾਉਣਾ ਹੈ, ਅਸੀਂ ਤਾਂ ਪਰੇਡ ਕਰਨੀ ਹੈ ਸ਼ਾਂਤੀਪੂਰਵਕ ਤਰੀਕੇ ਨਾਲ, ਅਸੀਂ ਲਾ ਐਂਡ ਆਰਡਰ ਨੂੰ ਮੰਨਾਂਗੇ, ਅਸੀਂ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ, ਇੱਥੋਂ ਤੱਕ ਕਹਿਤਾ ਲੋਕਾਂ ਨੇ। ਤਾਂ ਉਧਰ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਵੀ ਪਾਤਾ। ਜਿਹੜੇ ਵਕੀਲ ਨੇ ਬੜੇ ਸੀਨੀਅਰ, ਕੀ ਨਾਮ ਹੈ ਉਹਨਾਂ ਦਾ, ਏਪੀ ਸਿੰਘ ਉਹਨਾਂ ਦੀ ਗੱਲ ਵੀ ਤੁਹਾਨੂੰ ਸੁਣਾਉਣੇ ਆ। ਉਹ ਕਹਿੰਦੇ ਅਸੀਂ ਤਾਂ ਸੁਪਰੀਮ ਕੋਰਟ ਨੇ ਐਫੀਡੇਵਿਟ ਮੰਗਿਆ ਸੀ, ਅਸੀਂ ਤਾਂ ਉਹ ਵੀ ਪਾਤਾ। ਔਰ ਕਮੇਟੀ ਦੇ ਉੱਤੇ ਵੀ ਏਪੀ ਸਿੰਘ ਬੋਲੇ ਨੇ। ਦੇਖੋ ਏਪੀ ਸਿੰਘ ਕਹਿੰਦੇ ਇਹ ਜਿਹੜੀ ਕਮੇਟੀ ਹੈ ਇਹ ਮਨਜ਼ੂਰ ਨਹੀਂ ਹੈ ਕਿਸਾਨਾਂ ਨੂੰ। ਸੋ ਉਹਦੇ ਉੱਪਰ ਵੀ ਏਪੀ ਸਿੰਘ ਉਹਨਾਂ ਨੇ ਗੱਲ ਕੀਤੀ ਹੈ। ਇੱਕ ਇੱਕ ਕਰਕੇ ਇਹਨਾਂ ਦੀਆਂ ਦੋਨੇ ਗੱਲਾਂ ਤੁਹਾਨੂੰ ਸੁਣਾਵਾਂਗੇ। ਪਰ ਗਗਨ ਮੂਲ ਰੂਪ ਦੇ ਵਿੱਚ ਹੁਣ ਗੱਲ ਇੱਥੇ ਹੈ, ਅੱਜ ਸੁਪਰੀਮ ਕੋਰਟ ਕਿਸਾਨ ਪਰੇਡ ਤੇ ਸੁਣਵਾਈ 'ਚ ਕੋਈ ਫੈਸਲਾ ਦੇ ਸਕਦੀ ਹੈ, ਉਸ ਤੋਂ ਪਹਿਲਾਂ ਦਿੱਲੀ ਪੁਲਿਸ ਕੋਈ ਫੈਸਲਾ ਦੇ ਸਕਦੀ ਹੈ। ਇੱਕ ਤਾਂ ਇਹ ਪੱਖ ਹੋ ਗਿਆ। ਦੂਸਰਾ, ਅੱਜ ਭਾਰਤ ਦੀ ਸਰਕਾਰ ਨਾਲ ਮੀਟਿੰਗ ਹੈ ਕਿਸਾਨਾਂ ਦੀ। ਇਹ ਕੱਲ ਹੋਣੀ ਸੀ ਮੀਟਿੰਗ 19 ਤਰੀਕ ਨੂੰ, ਇਹਨੂੰ 20 ਤਰੀਕ ਤੇ ਪਾਤਾ ਸਰਕਾਰ ਨੇ। ਅੱਜ ਦੇ ਦਿਨ ਤੇ ਕਿਉਂ ਰੱਖਿਆ? ਹੋ ਸਕਦਾ ਸਰਕਾਰ ਦੀ ਮਨਸ਼ਾ ਅੱਜ ਦੇ ਕੋਈ ਵੱਡੇ ਦਿਨ ਤੇ ਕੋਈ ਤੋਹਫਾ ਦੇਣ ਦੀ ਹੋਵੇ, ਹੈ ਜੀ। ਪੂਰੀ ਦੁਨੀਆ ਲਈ ਅੱਜ ਦਾ ਦਿਨ ਬੜਾ ਪਵਿੱਤਰ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਦੁਨੀਆ ਭਰ ਦੇ ਵਿੱਚ ਅੱਜ ਲੋਕ ਬੜਾ ਇਸ ਦਿਨ ਨੂੰ ਮਨਾਉਂਦੇ ਨੇ, ਅਹਿਮ ਮੰਨਦੇ ਨੇ, ਸੇਧ ਲੈਂਦੇ ਨੇ, ਪ੍ਰੇਰਨਾ ਲੈਂਦੇ ਨੇ। ਔਰ ਅਗਰ ਅੱਜ ਭਾਰਤ ਦੀ ਸਰਕਾਰ, ਖਾਸ ਤੌਰ ਤੇ ਮੋਦੀ ਸਾਹਿਬ, ਦੇਖੋ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਜੀ, ਉਹ ਦਿਨ ਮੋਦੀ ਸਾਹਿਬ ਦਿੱਲੀ 'ਚ ਮੱਥਾ ਟੇਕਣ ਗਏ ਗੁਰਦੁਆਰਾ ਸਾਹਿਬ। ਮੋਦੀ ਸਾਹਿਬ ਨੇ ਉਸ ਦਿਨ ਅਚਾਨਕ ਹੀ ਗੁਰਦੁਆਰਾ ਸਾਹਿਬ ਚਲੇ ਗਏ। ਸੋ ਹੋ ਸਕਦਾ ਅੱਜ ਵੀ ਮੋਦੀ ਸਾਹਿਬ ਕੋਈ ਇਸੇ ਤਰ੍ਹਾਂ ਕੋਈ ਵੱਡਾ ਸਰਪ੍ਰਾਈਜ਼ ਦੇਣ ਜੀ। ਹੋ ਸਕਦਾ ਇਸ ਖਾਸ ਦਿਨ ਤੇ ਮੋਦੀ ਸਾਹਿਬ ਕਹਿ ਦੇਣ ਵੀ ਮੈਂ ਕਾਨੂੰਨ ਵਾਪਸ ਲੈਣਾ ਤੇ ਆਪਾਂ ਮਿਲ ਜੁਲ ਕੇ ਨਵੇਂ ਸਿਰੇ ਕਾਨੂੰਨ ਬਣਾਉਣੇ ਆ। ਹੋ ਸਕਦਾ ਮੋਦੀ ਸਾਹਿਬ ਕਹਿ ਦੇਣ ਚਲੋ ਮੈਂ ਐਮਐਸਪੀ ਤੇ ਕਾਨੂੰਨ ਬਣਾਉਣਾ। ਇਹ ਵੀ ਨਾ ਹੋਵੇ, ਹੋ ਸਕਦਾ ਮੋਦੀ ਸਾਹਿਬ ਕਹਿ ਦੇਣ ਵੀ ਚਲੋ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਐਲਾਨ ਕਰਦੇ ਹਾਂ ਜੀ। ਸੋ ਇਸ ਵੱਡੇ ਦਿਹਾੜੇ ਤੇ ਮੋਦੀ ਸਾਹਿਬ ਹੋ ਸਕਦਾ ਕੋਈ ਤੋਹਫਾ ਦੇਣਾ ਹੋਵੇ। ਤਾਂ ਹੀ 19 ਵਾਲੀ ਬੈਠਕ 20 ਨੂੰ ਕੀਤੀ ਨਾ ਜੀ। ਪਿਛਲੀ ਬੈਠਕ ਤੋਂ ਬਾਅਦ 19 ਦੀ ਡੇਟ ਪਾਈ ਸੀ, ਕਿੰਨੇ ਦਿਨ ਨਿਕਲ ਗਏ, ਹੈ ਜੀ। ਸੋ ਇਸ ਕਰਕੇ ਸਰਕਾਰ ਨੇ ਦੇਖੋ ਮਨ 'ਚ ਕੁਝ ਨਾ ਕੁਝ ਤਾਂ ਸੋਚਿਆ ਹੀ ਹੋਣਾ। ਔਰ ਅਗਰ ਕੁਝ ਵੀ ਨਾ ਕੀਤਾ ਸਰਕਾਰ ਨੇ, ਫਿਰ ਆਪਾਂ ਕਵਾਂਗੇ ਕਿ ਬਿਨਾਂ ਕਿਸੇ ਕਾਰਨ ਤੋਂ ਹੀ ਸਰਕਾਰ ਨੇ 19 ਦੀ ਮੀਟਿੰਗ 20 ਨੂੰ ਕਰਤੀ, ਕਿਉਂਕਿ ਉਹਨਾਂ ਨੇ ਆਪਣੀ ਚਿੱਠੀ 'ਚ ਵੀ ਕਾਰਨ ਨਹੀਂ ਸੀ ਦੱਸਿਆ ਜੀ। ਸੋ ਇਸ ਕਰਕੇ ਫਿਰ ਤਾਂ ਇਹ ਸਮਝਾਂਗੇ ਵੀ ਗੰਭੀਰਤਾ ਨਹੀਂ ਦਿਖਾਈ ਸਰਕਾਰ ਨੇ ਇੱਕ ਵਾਰ ਮੁੜ। ਪਰ ਆਸ ਕਰਾਂਗੇ ਅੱਜ ਵੱਡਾ ਦਿਨ ਹੈ ਤੇ ਭਾਰਤ ਦੀ ਸਰਕਾਰ ਕਿਸਾਨਾਂ ਨੂੰ ਕੋਈ ਤੋਹਫਾ ਦੇਊਗੀ। ਔਰ ਕਿਸਾਨ ਵੀ ਅੱਜ ਇਸ ਖਾਸ ਤੇ ਅਹਿਮ ਦਿਨ ਦੇ ਉੱਤੇ ਅਗਰ ਉਹਨਾਂ ਦੀ ਕੋਈ ਮੰਗ ਮੰਨੀ ਜਾਂਦੀ ਹੈ, ਅਗਰ ਕਾਨੂੰਨ ਵਾਪਸ ਹੋ ਜਾਂਦੇ ਨੇ, ਤੇ ਇਹ ਬਹੁਤ ਵੱਡੀ ਇੱਕ ਕਿਸਾਨਾਂ ਦੇ ਲਈ ਵੀ ਦਿਨ ਚੰਗਾ ਹੋਊਗਾ। ਅੱਜ ਕਿਸਾਨ ਵੀ ਇਸ ਉਮੀਦ 'ਚ ਜਾਣਗੇ ਕਿ ਸਰਕਾਰ ਸਾਡੀ ਸੁਣਵਾਈ ਕਰੂਗੀ ਜੀ।
ਤੇ ਹੁਣ ਏਪੀ ਸਿੰਘ ਹੁਣਾਂ ਦੀ ਗੱਲਬਾਤ ਤੁਹਾਨੂੰ ਸੁਣਾਉਂਦੇ ਆ। ਦੱਸਦੀ ਹੈ ਕਿ ਏਪੀ ਸਿੰਘ ਇਹ ਦਰੁਸਤ ਕਰਦੀ ਹੈ ਕਿ ਏਪੀ ਸਿੰਘ ਉਹਨਾਂ ਕਿਸਾਨ ਜਥੇਬੰਦੀਆਂ ਦੇ ਵਕੀਲ ਨਹੀਂ ਜੋ ਪ੍ਰਦਰਸ਼ਨ ਕਰ ਰਹੀਆਂ ਨੇ। ਇਹ ਵੱਖਰੀਆਂ ਕਿਸਾਨ ਜਥੇਬੰਦੀਆਂ ਦੇ ਵਕੀਲ ਨੇ, ਪਰ ਫਿਰ ਵੀ ਕਿਸਾਨ ਜਥੇਬੰਦੀਆਂ ਦੇ ਵਕੀਲ ਹੋਣ ਦੇ ਨਾਤੇ ਇਹਨਾਂ ਨੇ ਐਫੀਡੇਵਿਟ ਜਿਹੜਾ ਫਾਈਲ ਕੀਤਾ। ਸੋ ਇਸ ਕਰਕੇ ਇਹਨਾਂ ਦੀ ਗੱਲਬਾਤ ਤੁਹਾਨੂੰ ਸੁਣਾ ਰਹੇ ਹਾਂ। ਦੋ ਪੱਖਾਂ ਤੇ ਗੱਲ ਕੀਤੀ ਏਪੀ ਸਿੰਘ ਉਹਨਾਂ ਨੇ। ਇੱਕ ਤਾਂ ਐਫੀਡੇਵਿਟ ਉਹਨਾਂ ਨੇ ਦਿੱਤਾ ਹੈ 26 ਜਨਵਰੀ ਦੀ ਪਰੇਡ ਨਾਲ ਸੰਬੰਧਿਤ ਜੀ, ਔਰ ਇੱਕ ਉਹਨਾਂ ਨੇ ਜਿਹੜੀ ਕਮੇਟੀ ਆ 4 ਮੈਂਬਰੀ ਬਣਾਈ ਸੀ, ਇੱਕ ਮੈਂਬਰ ਨੇ ਅਸਤੀਫਾ ਦਿੱਤਾ। ਏਪੀ ਸਿੰਘ ਹੁੰਦੇ ਕਹਿੰਦੇ ਇਸ ਕਮੇਟੀ ਦੇ ਵਿੱਚ ਇੱਕ ਮੈਂਬਰ ਤਾਂ ਅਸਤੀਫਾ ਦੇ ਗਿਆ, ਇਸ ਕਰਕੇ ਸੁਪਰੀਮ ਕੋਰਟ ਅਗਰ ਕਮੇਟੀ ਬਦਲ ਦੇ ਤਾਂ ਚੰਗੀ ਗੱਲ ਹੈ। ਉਹ ਕਹਿੰਦੇ ਅਗਰ ਸੁਪਰੀਮ ਕੋਰਟ ਕਮੇਟੀ ਬਦਲ ਦਿੰਦੀ ਹੈ ਫਿਰ ਕਿਸਾਨ ਇਹਦੇ 'ਚ ਜਾਣ ਬਾਰੇ ਸੋਚ ਸਕਦੇ ਆ। ਏਪੀ ਸਿੰਘ ਉਹਨਾਂ ਦੀ ਗੱਲ ਸੁਣਾ ਦਿਓ ਤੁਸੀਂ। उस संबंध में हमसे किसान संगठनों की तरफ से एफिडेविट मांगा गया था, जो हमने एफिडेविट आज फाइल कर दिया है। अभी उसमें साफ तौर पे कहा गया है गणतंत्र दिवस 26 जनवरी की परेड के लिए हमारे किसान संगठन पूरी तरह से शासन प्रशासन से सहयोग करेंगे। ਸੋ ਸੁਣਿਆ ਏਪੀ ਸਿੰਘ ਹੁਣੇ ਕੀ ਕੁਝ ਕਹਿ ਰਹੀ ਸੀ ਸਾਰਿਆਂ ਨੇ ਵਿਸਥਾਰ ਦੇ ਨਾਲ ਕਿ ਕਿਸ ਤਰ੍ਹਾਂ ਦਾ ਐਫੀਡੇਵਿਟ ਫਾਈਲ ਹੋਇਆ ਤੇ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੀ ਕਾਰਵਾਈ ਦੇ ਵਿੱਚ ਉਹ ਕਰਨਗੇ। ਇੱਕ ਡੱਲਾ ਜੀ ਬੜਾ ਅਹਿਮ ਸਵਾਲ ਹੈ, ਕੱਲ ਵੀ ਇੱਕ ਬੈਠਕ ਹੋਈ ਹੈ ਸੁਪਰੀਮ ਕੋਰਟ ਦੀ 3 ਮੈਂਬਰੀ ਕਮੇਟੀ ਦੀ, ਹਾਲਾਂਕਿ 4 ਮੈਂਬਰੀ ਸੀ ਉਹ 3 ਮੈਂਬਰੀ ਰਹਿ ਗਈ। 3 ਮੈਂਬਰੀ ਕਮੇਟੀ ਦੀ ਪਹਿਲੀ ਬੈਠਕ ਹੋਈ ਹੈ ਤੇ ਉਹਨਾਂ ਨੇ ਹੁਣ 21 ਜਨਵਰੀ ਦੀ ਭਾਵ ਕਿ ਫਿਰ ਕੱਲ ਦੀ ਤਰੀਕ ਰੱਖੀ ਹੈ ਜਦੋਂ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੀ ਗੱਲ ਆਖੀ ਹੈ। ਚੁਣੌਤੀਆਂ ਹੁਣ ਇਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਦੇ ਸਾਹਮਣੇ ਚੁਣੌਤੀਆਂ ਨੇ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਗੱਲਬਾਤ ਦੇ ਲਈ ਬਿਠਾਉਣਾ, ਇਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ ਅੱਜ ਜਿਹੜੀ ਕੱਲ ਮੀਟਿੰਗ ਕੀਤੀ ਹੈ ਗਗਨ 3 ਮੈਂਬਰੀ ਕਮੇਟੀ ਨੇ, ਉਹਨਾਂ ਦੇ ਵਿੱਚ ਇੱਕ ਮੈਂਬਰ ਨੇ ਅਨਿਲ ਕਨਵਟ ਜੀ, ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ। ਅਨਿਲ ਕਨਵਟ ਨੇ ਉਹ ਕੀ ਕਹਿੰਦੇ, ਉਹ ਕਹਿੰਦੇ ਅਸੀਂ ਇਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਕੇਂਦਰ ਸਰਕਾਰ ਦੀ ਰਾਏ ਲਵਾਂਗੇ, ਵੱਖ-ਵੱਖ ਸੂਬਾ ਸਰਕਾਰਾਂ ਦੀ ਰਾਏ ਲਵਾਂਗੇ, ਸੂਬਾ ਸਰਕਾਰਾਂ ਦੀ ਰਾਏ ਵੀ ਲੈਣਗੇ ਜੀ, ਔਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਰਾਏ ਕਹਿੰਦੇ ਅਸੀਂ ਲਵਾਂਗੇ ਤੇ ਕਿਸਾਨਾਂ ਦੀ ਰਾਏ ਲਵਾਂਗੇ ਤੇ ਜਿੱਥੇ ਸਾਨੂੰ ਲੋੜ ਪਈ ਦਿੱਲੀ ਤੋਂ ਬਾਹਰ ਜਾਣ ਦੀ ਅਸੀਂ ਜਾ ਕੇ ਵੀ ਵਿਚਾਰ ਚਰਚਾ ਕਰਾਂਗੇ। ਮਤਲਬ ਕਿ ਕਮੇਟੀ ਦੇਖੋ ਅਨਿਲ ਕਨਵਟ ਉਹਨਾਂ ਨੇ ਇਹ ਵੀ ਕਹਿਤਾ, ਸਾਰੇ ਮੈਂਬਰਾਂ ਨੇ ਕਹਿਤਾ, ਕਹਿੰਦੇ ਸਾਡੀ ਕੋਈ ਨਿੱਜੀ ਸੋਚ ਨਹੀਂ ਜੀ, ਉਹ ਕਹਿੰਦੇ ਸਾਡੀ ਕੋਈ ਨਿੱਜੀ ਸੋਚ ਨਹੀਂ, ਅਸੀਂ ਬਾਕੀ ਲੋਕਾਂ ਦੇ ਵਿਚਾਰਾਂ ਨੂੰ ਇਕੱਠਾ ਕਰਨਾ, ਇੱਕ ਜਗ੍ਹਾ ਸਮਾਉਣਾ ਜੀ, ਤੇ ਉਹ ਅਸੀਂ ਸੁਪਰੀਮ ਕੋਰਟ ਦੇ ਸਾਹਮਣੇ ਰੱਖਣਾ ਤਾਂ ਕਿ ਸੁਪਰੀਮ ਕੋਰਟ ਨੂੰ ਸਾਰੀਆਂ ਧਿਰਾਂ ਦੀ ਸੋਚ ਦਾ ਪਤਾ ਲੱਗ ਜੇ। ਪਰ ਮੈਨੂੰ ਲੱਗਦਾ ਕਿ ਇਸ ਕਮੇਟੀ ਨੂੰ ਸੁਪਰੀਮ ਕੋਰਟ ਨੂੰ ਕੁਝ ਨਾ ਕੁਝ ਅਜਿਹੀ ਜਾਣਕਾਰੀ ਤਾਂ ਦੇਣੀ ਪਊਗੀ ਨਾ, ਜਿਹਦੇ ਨਾਲ ਤਰਕ ਤਾਂ ਦੇਣੇ ਪੈਣਗੇ ਨਾ, ਜਿਹਦੇ ਨਾਲ ਸੁਪਰੀਮ ਕੋਰਟ ਨੂੰ ਸਮਝ ਆਵੇ ਕਿ ਇਹਨਾਂ ਕਾਨੂੰਨਾਂ ਤੇ ਰੌਲਾ ਪਿਆ ਕਿਉਂ ਹੈ ਆਖਰ। ਜੀ, ਸੋ ਹੁਣ ਉਹ ਇਹ ਕਹਿ ਰਹੇ ਨੇ ਕਿ ਸਾਡਾ ਖੁੱਲਾ ਸੱਦਾ ਸਾਰਿਆਂ ਨੂੰ ਆਉਣਾ ਚਾਹੀਦਾ, ਬਾਕੀ ਨਿੱਜੀ ਵਿਚਾਰ ਕਹਿੰਦੇ ਸਾਡੇ ਇੱਕ ਪਾਸੇ ਰਹਿਣਗੇ। ਔਰ 2-3 ਵੱਡੀਆਂ ਗੱਲਾਂ ਵੀ ਕੀਤੀਆਂ ਨੇ ਕਮੇਟੀ ਦੇ ਮੈਂਬਰਾਂ ਨੇ। ਜਿਹੜੇ ਕਮੇਟੀ ਦੇ ਮੈਂਬਰ ਨੇ ਨਾ ਜੀ, ਉਹ ਮੈਨੂੰ ਇਹ ਲੱਗਦਾ ਕਿ ਥੋੜੇ ਜਿਹੇ ਸੁਪਰੀਮ ਕੋਰਟ ਦੀ ਇਹ ਕਮੇਟੀ ਦੇ ਮੈਂਬਰ ਨੇ ਜਿਹੜੇ ਥੋੜੀ ਜਿਹੀ ਜ਼ਿਆਦਾ ਵੱਡੀ ਗੱਲ ਕਰ ਗਏ ਜੀ। ਕਹਿੰਦੇ ਅਗਰ ਹੁਣ ਖੇਤੀ ਕਾਨੂੰਨ ਰੱਦ ਹੋ ਗਏ ਤਾਂ 50 ਸਾਲ ਕੋਈ ਵੀ ਸਰਕਾਰ ਹੈ ਜਿਹੜੀ ਉਹ ਅਜਿਹੀਆਂ ਚੀਜ਼ਾਂ ਨੂੰ ਹੱਥ ਨਹੀਂ ਲਾਊਗੀ। ਐ ਨਹੀਂ ਹੁੰਦਾ, 70 ਸਾਲ ਆਜ਼ਾਦ ਹੋਏ ਨੂੰ ਹੋ ਗਏ ਮੁਲਕ, ਸੂਈ ਤੋਂ ਲੈ ਕੇ ਜਹਾਜ਼ ਤੱਕ ਬਣੀ ਜਾਂਦੇ ਆ ਜੀ, ਉਹ ਐਵੇਂ ਬਣ ਗਏ 70 ਸਾਲਾਂ 'ਚ ਜੀ। ਉਹ 70 ਸਾਲਾਂ 'ਚ ਐਵੇਂ ਨਹੀਂ ਬਣ ਗਏ ਕਨਵਤ ਸਾਹਿਬ। ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਤੀ, ਆਪਾਂ ਤਾਂ ਬਾਹਰੋਂ ਮੰਗਾਉਂਦੇ ਸੀ ਖਾਣ ਪੀਣ ਨੂੰ ਅਨਾਜ, ਵਰਤ ਰੱਖਿਆ ਕਰਦੇ ਸੀ ਮਜਬੂਰੀ 'ਚ, ਹੁਣ ਤਾਂ ਆਪਾਂ ਸ਼ਰਧਾ ਨਾਲ ਰੱਖਦੇ ਹਾਂ ਜੀ, ਮਜਬੂਰੀ 'ਚ ਵਰਤ ਰੱਖਦੇ ਸੀ। ਸੋ ਜੇ ਹੁਣ ਖੇਤੀ ਕਾਨੂੰਨ ਰੱਦ ਹੋ ਗਏ ਤੇ 50 ਸਾਲ ਕਿਸੇ ਨੇ ਕਹਿੰਦੇ ਇਸ ਪਾਸੇ ਹੱਥ ਨਹੀਂ ਲਾਉਣਾ, ਇਹਨਾਂ ਨੇ ਆਪਣੀ ਰਾਏ ਦਿੱਤੀ ਹੈ, ਅਜਿਹਾ ਨਹੀਂ ਹੈ। ਕਨਵਤ ਸਾਹਿਬ ਜਾਂ ਬਾਕੀ ਟੀਮ ਮੈਂਬਰਾਂ ਨੂੰ ਮੈਂ ਆਪਣੀ ਰਾਏ ਦੱਸਣਾ ਚਾਹੁੰਦਾ, ਅਜਿਹਾ ਨਹੀਂ ਹੈ। 50 ਸਾਲ ਬਹੁਤ ਵੱਡਾ ਅਰਸਾ ਹੁੰਦਾ ਹੈ। 5 ਸਾਲ ਬਾਅਦ ਤਾਂ ਚੋਣਾਂ ਆ ਜਾਂਦੀਆਂ ਨੇ, ਸਰਕਾਰਾਂ ਬਦਲ ਜਾਂਦੀਆਂ ਨੇ ਜੀ, ਹੈ ਨਹੀਂ। ਮੋਦੀ ਸਾਹਿਬ ਰਿਪੀਟ ਹੋਏ ਨੇ, ਇਸੇ ਤਰ੍ਹਾਂ ਕਿਸਾਨਾਂ ਦੇ ਹੱਕ 'ਚ ਕੰਮ ਕਰਨ ਤੇ ਹੋਰ 25 ਸਾਲ ਰਾਜ ਕਰਨ। ਜਿਵੇਂ ਪੰਜਾਬ ਵਾਲਾ ਸੁਖਬੀਰ ਕਹਿੰਦਾ ਸੀ ਅਸੀਂ ਤਾਂ 25 ਸਾਲ ਰਾਜ ਕਰਾਂਗੇ, ਉਹ 10 ਸਾਲਾਂ ਬਾਅਦ ਹੀ ਉਹਨਾਂ ਦੀ ਗੱਡੀ ਪੈਂਚਰ ਹੋ ਗਈ ਜੀ। ਇਸ ਕਰਕੇ ਅਤੀ ਉਤਸ਼ਾਹਿਤ ਹੋਣ ਦੀ ਲੋੜ ਨਹੀਂ ਕਮੇਟੀ ਦੇ ਮੈਂਬਰਾਂ ਨੂੰ ਵੀ। ਗਗਨ ਜੀ, ਮੇਰੀ ਇਹ ਹੱਥ ਬੰਨ੍ਹ ਕੇ ਬੇਨਤੀ ਹੈ, ਅਤੀ ਉਤਸ਼ਾਹਿਤ ਹੋਣ ਦੀ ਲੋੜ ਨਹੀਂ। ਅਜਿਹੀ ਬਿਆਨਬਾਜ਼ੀ ਤੋਂ ਸੰਕੋਚ ਕਰਨਾ ਚਾਹੀਦਾ ਹੈ ਜਿਹੜੀ ਬਿਆਨਬਾਜ਼ੀ ਮਨੋਬਲ ਡੇਗੇ। ਦੇਖੋ ਇਹ ਕਮੇਟੀ ਦੇ ਮੈਂਬਰ ਆਪ ਹੀ ਕਹਿੰਦੇ ਨੇ, ਕਹਿੰਦੇ ਪਿਛਲੇ 70 ਸਾਲਾਂ 'ਚ ਸਾਡੇ ਮੁਲਕ 'ਚ ਲਗਭਗ 4.5 ਲੱਖ ਕਿਸਾਨ, ਜੇ ਨੀਤੀਆਂ ਸਹੀ ਹੁੰਦੀਆਂ, ਖੇਤੀਬਾੜੀ ਸਹੀ ਹੁੰਦੀਆਂ ਤਾਂ 4.5 ਲੱਖ ਕਿਸਾਨ ਖੁਦਕੁਸ਼ੀਆਂ ਨਾ ਕਰਦੇ। ਦੱਸੋ ਛੋਟਾ ਅੰਕੜਾ ਜੀ? 4.5 ਲੱਖ ਕਿਸਾਨਾਂ ਦੀਆਂ ਖੁਦਕੁਸ਼ੀਆਂ। ਇੱਕ ਖੁਦਕੁਸ਼ੀ ਤੇ ਐਡਾ ਜ਼ਿਆਦਾ ਦੁੱਖ ਹੁੰਦਾ ਜੀ, ਦੱਸੋ ਐਡਾ ਸਦਮਾ ਫੈਲ ਜਾਂਦਾ। ਆ ਕਿੰਨੇ ਲੋਕ ਸਾਡੇ ਕਿਸਾਨ ਉੱਥੇ ਸ਼ਹੀਦ ਹੋ ਗਏ। ਹੁਣ ਇਹ ਜਿਹੜੇ ਕਮੇਟੀ ਦੇ ਮੈਂਬਰ ਨੇ ਇਹ ਕਹਿੰਦੇ 70 ਸਾਲਾਂ 'ਚ ਕਿਸਾਨੀ ਦੀ ਸਥਿਤੀ 'ਚ ਸੁਧਾਰ ਨਹੀਂ ਹੋਇਆ। ਹੁਣ ਤੁਸੀਂ ਦੇਖੋ ਖੇਤੀ 'ਚ ਤਾਂ ਸੁਧਾਰ ਹੋਇਆ ਨਾ 70 ਸਾਲਾਂ 'ਚ ਜੀ। ਹੁਣ ਕਮੇਟੀ ਦੇ ਮੈਂਬਰ ਇਸ ਪਾਸੇ ਨਹੀਂ ਬੋਲ ਰਹੇ, ਕਹਿੰਦੇ 70 ਸਾਲਾਂ ਤੋਂ ਕਿਸਾਨ ਦੀ ਸਥਿਤੀ 'ਚ ਸੁਧਾਰ ਨਹੀਂ ਹੋਇਆ। ਇਹਦਾ ਮਤਲਬ ਕੀ ਹੈ?
ਖੇਤੀਬਾੜੀ 'ਚ ਤਾਂ ਇੰਨਾ ਸੁਧਾਰ ਹੋ ਗਿਆ, ਅਸੀਂ ਅਨਾਜ 'ਚ ਆਤਮ ਨਿਰਭਰ ਹੋ ਗਏ। ਜੀ। ਕਣਕ ਝੋਨੇ ਦੀਆਂ ਬੰਪਰ ਫਸਲਾਂ ਨੇ। ਸਾਡੇ ਮੁਲਕ ਦੇ ਵਿੱਚ ਅਨਾਜ ਭੰਡਾਰ ਇੰਨਾ ਸਟੋਰ ਕੀਤਾ ਜਾਂਦਾ ਹੈ। ਜੇ ਖੇਤੀਬਾੜੀ ਦਾ ਉਤਪਾਦਨ ਐਡਾ ਹੋ ਗਿਆ, ਅਸੀਂ ਬਾਹਰਲੇ ਮੁਲਕਾਂ ਦੇ ਆਪਣੀ ਨਿਰਭਰਤਾ ਛੱਡਤੀ, ਅਸੀਂ ਆਪਣੇ ਪੂਰੇ ਮੁਲਕ ਦੇ ਖਾਣ ਪੀਣ ਜੋਗਾ ਅਨਾਜ ਆਪ ਉਗਾਉਣ ਲੱਗ ਗਏ, ਫਿਰ ਕਿਸਾਨ ਦਾ ਸੁਧਾਰ ਕਿਉਂ ਨਹੀਂ ਹੋਇਆ? ਇਹਨੂੰ ਨੀਤੀਆਂ ਨਾਲ ਨਾ ਜੋੜੋ ਜੀ। ਇਹ ਕਿਸਾਨ ਦਾ ਸੁਧਾਰ ਇਸ ਕਰਕੇ ਨਹੀਂ ਹੋਇਆ, ਸਰਕਾਰਾਂ ਨੇ ਕਿਸਾਨ ਦੇ ਸੁਧਾਰ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ। ਇਹ 'ਚ ਕਿਸਾਨ ਦੀ ਮਜਬੂਰੀ ਨਹੀਂ, ਸਰਕਾਰਾਂ ਦੀ ਲਾਪਰਵਾਹੀ ਰਹੀ ਆ। ਉਹ 70 ਸਾਲ ਦੀਆਂ ਸਾਰੀਆਂ, 75 ਸਾਲ ਦੀਆਂ ਸਾਰੀਆਂ ਹੀ ਸਰਕਾਰਾਂ ਇਹ 'ਚ ਸ਼ਾਮਲ ਹੈ, ਕੋਈ ਕੱਲੀ ਕਾਂਗਰਸ ਨਹੀਂ ਇਹ 'ਚ ਸ਼ਾਮਲ। ਬੀਜੇਪੀ ਦੀ ਵੀ ਸਰਕਾਰਾਂ ਰਹੀਆਂ ਨੇ ਪਹਿਲਾਂ, ਸੰਯੁਕਤ ਮੋਰਚਾ ਰਿਹਾ ਹੈ, ਮਿਲੀ ਜੁਲੀ ਸਰਕਾਰ ਰਹੀ ਹੈ, ਉਹ ਵੀ ਦੇਵਗੌੜਾ ਸਾਹਿਬ ਦੀ ਸਰਕਾਰ ਰਹੀ ਹੈ ਜੀ, ਕਾਮਰੇਡ ਵੀ ਰਹੇ ਨੇ ਵਿੱਚ। ਸੋ ਸਾਰੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਹਿੰਮਤ ਨਹੀਂ ਕੀਤੀ ਪੋਲੀਟੀਕਲ ਸਿਸਟਮ ਨੇ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਈਏ। ਕਿਸਾਨਾਂ ਦੀਆਂ ਮੰਗਾਂ ਹੁਣ ਹੀ ਮੁੱਖ ਰੂਪ ਦੇ ਵਿੱਚ ਬਾਹਰ ਆਈਆਂ ਨੇ। ਸੋ ਇਹ ਕਮੇਟੀ ਮੈਂਬਰਾਂ ਦੀ ਜਿਹੜੀ ਰਾਏ ਸੀ, ਮੈਂ ਇਹਦੇ ਤੇ ਗੱਲ ਕਰਨਾ ਚਾਹੁੰਦਾ ਸੀ। 50 ਸਾਲਾਂ ਵਾਲੀ ਕੋਈ ਗੱਲ ਨਹੀਂ ਹੁੰਦੀ। 50 ਸਾਲ ਕਹਿ ਕੇ ਮੈਨੂੰ ਲੱਗਦਾ ਅਸੀਂ ਜਿਹੜੀ ਸਾਡੀ ਕਿਸਾਨਾਂ ਦੀ ਤਾਕਤ ਹੈ, ਅਸੀਂ ਕਿਤੇ ਨਾ ਕਿਤੇ ਉਹਦੇ ਤੇ ਭਰੋਸਾ ਨਹੀਂ ਕਰ ਰਹੇ ਜੀ। ਅਗਰ ਕਾਨੂੰਨ ਰੱਦ ਹੋ ਜਾਣਗੇ, ਮੋਦੀ ਸਾਹਿਬ ਅਗਲੇ ਮਹੀਨੇ ਨਵੇਂ ਕਾਨੂੰਨ ਬਣਾ ਲੈਣ, ਕਿਸਾਨਾਂ ਨੂੰ ਨਾਲ ਬਿਠਾ ਕੇ ਬੁਲਾ ਲੈਣ, ਕਿਸਾਨਾਂ ਨੂੰ ਵੀ ਸਲਾਹ ਮਸ਼ਵਰਾ ਕਰ ਲੈਣ, ਪਾਰਲੀਮੈਂਟ ਦਾ ਸੈਸ਼ਨ ਬੁਲਾ ਲੈਣ ਜੀ। ਸੋ 50 ਸਾਲਾਂ ਲਈ ਕੋਈ ਐਡੀ ਗੱਲ ਨਹੀਂ ਜੀ। ਜੀ ਤੇ ਡੱਲਾ ਜੀ, ਇੱਥੇ ਮੈਂ ਇੱਕ ਜ਼ਿਕਰ ਕਰਨਾ ਚਾਹਾਂਗਾ। ਇੱਕ ਸਹਿਯੋਗੀ ਪੱਤਰਕਾਰ ਨੇ ਉਹ ਪਟਨਾ ਸਾਹਿਬ ਦੇ ਵਿੱਚ ਕਵਰੇਜ ਕਰਨ ਦੀ ਲਈ ਗਈ। ਉੱਥੇ ਉਹਨਾਂ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਪਾਈ ਸੀ ਕਿ ਉੱਥੇ ਦੀਆਂ ਮੰਡੀਆਂ ਦਾ ਕੀ ਹਾਲ ਹੈ। ਜਦੋਂ ਤੋਂ ਉੱਥੇ APMC ਖਤਮ ਹੋਇਆ, ਉਹ ਮੰਡੀਆਂ ਦੇ ਵਿੱਚ ਟਾਇਲਟ ਬਣ ਚੁੱਕੇ ਨੇ, ਮੰਡੀਆਂ ਖੰਡਰ ਹੋ ਚੁੱਕੀਆਂ ਨੇ। ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਪੰਜਾਬ ਦੇ ਕਿਸਾਨਾਂ ਨੂੰ ਵੀ ਇਹੀ ਡਰ ਸਤਾ ਰਿਹਾ ਕਿ ਜੇਕਰ ਪੰਜਾਬ ਦੇ ਵਿੱਚ ਅਜਿਹਾ ਕੁਝ ਹੁੰਦਾ ਤਾਂ ਅਸੀਂ ਮੰਡੀਆਂ ਤੋਂ ਬਿਨਾਂ ਕਿੱਥੇ ਜਾਵਾਂਗੇ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਗਗਨ, ਪੰਜਾਬ 'ਚ ਜਿਹੜੇ ਲੋਕ ਸਾਡੇ ਪਿੰਡਾਂ ਵਾਲੇ ਨੇ ਨਾ ਜੀ, ਉਹਨਾਂ ਨੇ ਕਿੱਡੇ ਸਾਡੇ ਪਿੰਡਾਂ 'ਚ ਫੋਕਲ ਪੁਆਇੰਟ ਦੇਖੇ। ਫੋਕਲ ਪੁਆਇੰਟ 'ਚ ਗੋਦਾਮ ਬਣੇ ਨੇ, ਛੱਤਾਂ ਹੀ ਹੈ ਨਹੀਂ ਜੀ, ਬਣਾਈਆਂ ਸੀ ਉੱਡ ਗਈਆਂ, ਇੱਟਾਂ ਪਤਾ ਨਹੀਂ ਕਿੱਥੇ ਚਲੀਆਂ ਗਈਆਂ ਗੋਦਾਮਾਂ ਦੀਆਂ। ਗੋਦਾਮ ਢਏ ਪਏ ਨੇ ਕਈ ਥਾਂ, ਆ ਸਾਡੇ ਸਰਕਾਰੀ ਗੋਦਾਮ ਵੀ ਬਹੁਤ ਥਾਂ ਢਏ ਪਏ ਨੇ ਜੀ। ਇਸੇ ਤਰ੍ਹਾਂ ਅਗਰ ਮੰਡੀਆਂ 'ਚ ਖਰੀਦਦਾਰੀ ਖੇਤੀਬਾੜੀ ਬੰਦ ਹੋਊਗੀ ਤੇ ਉੱਥੇ ਫਿਰ ਇਹੋ ਜਿਹਾ ਕੁਛ ਹੀ ਬਣਨਾ ਜੀ। ਲੋਕ ਇਹੋ ਜਿਹਾ ਕੰਮ ਹੀ ਕਰਨਗੇ ਨਾ ਜੀ, ਉਹ ਖੰਡਰ ਬਣ ਜਾਣਾ। ਸੋ ਤੁਸੀਂ ਬਿਹਾਰ ਦੀ ਗੱਲ ਕੀਤੀ ਨਾ, ਹੁਣ ਦੇਖੋ ਬਿਹਾਰ ਦੇ ਵਿੱਚ ਤਾਂ ਪਹਿਲਾਂ ਹੀ ਖੇਤੀਬਾੜੀ 'ਚ ਕਿਸਾਨ ਦੀ ਆਮਦਨ ਹੈ ਪੂਰੇ ਮੁਲਕ ਨਾਲੋਂ ਘੱਟ ਹੈ। ਬਿਹਾਰ ਤੇ ਯੂਪੀ ਦੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਨੇ, ਉਹਨਾਂ ਨੇ ਤਾਂ ਪੰਜਾਬ 'ਚ ਆ ਕੇ ਖੇਤੀ 'ਚ ਸਾਡੀ ਸਹਾਇਤਾ ਕਰਨੀ ਸ਼ੁਰੂ ਕੀਤੀ ਹੋਈ ਹੈ, ਪੰਜਾਬ ਵਾਲਿਆਂ ਦੀ ਜੀ। ਔਰ ਇੱਥੇ ਬਿਹਾਰ ਦੇ ਬਹੁਤ ਸਾਰੇ ਕਿਸਾਨ ਸਾਡੇ ਭਰਾ ਇੱਥੇ ਜਿਹੜੇ ਦਿਹਾੜੀ ਟੱਪਾ ਕਰਦੇ ਨੇ, ਮਜ਼ਦੂਰੀਆਂ ਕਰਦੇ ਨੇ, ਉਹ ਕਿੱਲਿਆਂ ਦੇ ਮਾਲਕ ਨੇ ਗਗਨ ਬਿਹਾਰ 'ਚ। ਬਿਲਕੁਲ ਹੈ ਜੀ, ਬਹੁਤ ਸਾਰੇ ਸਾਡੇ ਭਰਾ ਨੇ ਬਿਹਾਰ ਵਾਲੇ ਜਿਹੜੇ ਝੋਨਾ ਬੀਜਣ ਆਉਂਦੇ ਨੇ, ਕਣਕ ਬੀਜਣ ਆਉਂਦੇ ਨੇ, ਉਹ ਕਿੱਲਿਆਂ ਦੇ ਮਾਲਕ ਨੇ ਗਗਨ ਬਿਹਾਰ 'ਚ। ਦੱਸੋ ਕਿੱਡੀ ਹੈਰਾਨੀ ਹੁੰਦੀ ਸੁਣ ਕੇ ਕਿ ਕਿੱਲਿਆਂ ਦੇ ਮਾਲਕ ਪੰਜਾਬ 'ਚ ਆ ਕੇ ਮਜ਼ਦੂਰੀ ਕਰ ਰਹੇ ਨੇ। ਕੰਮ ਛੋਟਾ ਵੱਡਾ ਨਹੀਂ ਹੁੰਦਾ, ਕਿੱਡੀ ਮਿਹਨਤ ਆ ਉਹਨਾਂ ਦੀ, ਐਡੀ ਦੂਰੋਂ ਆਉਂਦੇ ਨੇ ਔਰ ਪੂਰਾ ਪੰਜਾਬ ਦਾ ਖੇਤੀਬਾੜੀ ਢਾਂਚੇ 'ਚ ਉਹਨਾਂ ਦਾ ਬਰਾਬਰ ਦਾ ਯੋਗਦਾਨ ਹੈ। ਬਿਲਕੁਲ, ਉਹ ਬਹੁਤੇ ਤਾਂ ਸਾਡੇ ਇੱਥੇ ਹੀ ਵਸ ਗਏ, ਉਹਨਾਂ ਦੇ ਬੱਚੇ ਸਾਡੇ ਬੱਚਿਆਂ ਨਾਲ ਹੀ ਪੜ੍ਹਦੇ ਆ ਸਕੂਲਾਂ ਕਾਲਜਾਂ 'ਚ ਜੀ। ਹੈ ਜੀ, ਨਾਲੇ ਬਿਹਾਰ ਕਿਹੜਾ ਦੂਰ ਹੈ, ਉੱਤਰ ਪ੍ਰਦੇਸ਼ ਬਿਹਾਰ ਆ। ਦੇਖੋ ਲਾਕਡਾਊਨ 'ਚ ਸਾਡੇ ਲੋਕ ਤੁਰ ਕੇ ਹੀ ਚਲੇ ਗਏ। ਸੋ ਸਰਕਾਰਾਂ ਕੁਝ ਨਹੀਂ ਕਰ ਸਕੀਆਂ ਹੈ ਜੀ। ਸਰਕਾਰਾਂ ਦੇ ਜਹਾਜ਼ ਤੇ ਬੱਸਾਂ ਉੱਥੇ ਹੀ ਖੜੇ ਰਹਿ ਗਏ। ਆ ਸਾਈਕਲਾਂ ਤੇ, ਰਿਕਸ਼ਿਆਂ ਤੇ, ਸਕੂਟਰਾਂ ਤੇ ਨਿਕਲ ਗਏ ਲੋਕ। ਇਹ ਹੁੰਦੀ ਹੈ ਜੁਝਾਰੂ ਤਾਕਤ। ਇਹਨਾਂ ਨੂੰ ਲੱਗਦਾ ਸੀ ਵੀ ਪਾਣੀ ਦੀਆਂ ਵਿਛਾਰਾਂ ਪਾ ਕੇ ਸ਼ਾਇਦ ਪੰਜਾਬੀ ਯੋਧੇ ਮੋੜ ਦਿਆਂਗੇ ਸ਼ੰਭੂ ਤੋਂ ਹੀ। ਸ਼ੰਭੂ ਤੋਂ ਸਿੰਘੂ ਪਹੁੰਚ ਗਏ ਉਹ। ਸੋ ਇਸ ਕਰਕੇ ਜਿਹੜਾ ਆਮ ਮਨੁੱਖ ਹੈ ਨਾ ਗਗਨ, ਆਮ ਆਦਮੀ, ਉਹਦਾ ਹੌਸਲਾ, ਉਹਦੀ ਤਾਕਤ, ਉਹਦਾ ਕੁਝ ਕਰਨ ਦਾ ਦ੍ਰਿੜ ਨਿਸ਼ਚੇ, ਇਹ ਦੁਨੀਆ ਦੀ ਕਿਸੇ ਵੀ ਤਾਕਤ ਨਾਲੋਂ ਵੱਡਾ ਹੁੰਦਾ ਹੈ ਆਮ ਮਨੁੱਖ ਦਾ ਜੀ। ਆਮ ਮਨੁੱਖ ਜਦੋਂ ਇਕੱਠੇ ਹੁੰਦੇ ਨੇ ਉਦੋਂ ਹੀ ਤਾਕਤ ਬਣਦੀ ਆ। ਅਸਲ 'ਚ ਜਿਹੜੇ ਸਾਡੇ ਫੌਜੀ ਨੇ ਸਾਰੇ, ਉਹ ਵੀ ਆਮ ਮਨੁੱਖ ਨੇ, ਇਕੱਠੇ ਹੋਏ ਤੇ ਫੌਜ ਬਣ ਗਈ ਜੀ। ਸੋ ਇਸ ਕਰਕੇ ਇਹਨੂੰ ਇਸ ਰੂਪ 'ਚ ਸਾਨੂੰ ਦੇਖਣਾ ਚਾਹੀਦਾ ਹੈ ਕਿ ਬਿਹਾਰ 'ਚ ਵੀ, ਉੱਤਰ ਪ੍ਰਦੇਸ਼ 'ਚ ਵੀ ਸਰਕਾਰਾਂ ਨੇ ਉਸ ਪੱਧਰ ਤੇ ਧਿਆਨ ਨਹੀਂ ਦਿੱਤਾ ਮੰਡੀਕਰਨ ਦੇ ਵਿਕਾਸ ਤੇ, ਜਿੰਨਾ ਪੰਜਾਬ ਵਾਲੇ ਪਾਸੇ ਧਿਆਨ ਦਿੱਤਾ ਗਿਆ। ਉਧਰ ਵੀ ਦਿੱਤਾ ਜਾਣਾ ਚਾਹੀਦਾ ਸੀ ਜੀ। ਅਗਰ ਧਿਆਨ ਦਿੱਤਾ ਹੁੰਦਾ, ਅੱਜ ਉਧਰ ਵੀ ਮੰਡੀਆਂ ਚੰਗੀਆਂ ਹੋਣਗੀਆਂ। ਪੰਜਾਬ 'ਚ ਵੀ ਹਾਲਾਂਕਿ ਮੰਡੀਆਂ 'ਚ ਕਮੀਆਂ ਹੈਗੀਆਂ ਨੇ, ਪਰ ਫਿਰ ਵੀ ਕਾਫੀ ਕੁਝ ਸਾਡੀਆਂ ਮੰਡੀਆਂ 'ਚ ਹੈਗਾ। ਬਿਲਕੁਲ। ਸੋ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਵੱਡੀ ਖਬਰ ਹੈ ਡੱਲਾ ਜੀ ਕਿ ਜਿਹੜੇ ਪਾਰਲੀਮੈਂਟ ਮੈਂਬਰ ਕਦੇ 35 ਰੁਪਏ ਦੀ ਰੋਟੀ ਲੈ ਕੇ ਖਾ ਲੈਂਦੇ ਸੀ, ਕਹਿੰਦੇ ਕਈਆਂ ਦਾ ਵਜਨ ਵੱਧ ਜਾਂਦਾ ਸੀ, ਹੁਣ ਉਹਨਾਂ ਲਈ ਪੱਕਾ ਇੰਤਜ਼ਾਮ ਹੋ ਗਿਆ ਹੈ ਕਿ ਪਹਿਲਾਂ ਜਿਹੜੀ ਸਬਸਿਡੀ ਦੇ ਉੱਤੇ ਖਾਣ ਨੂੰ ਤੁਹਾਨੂੰ ਮਿਲਦਾ ਸੀ, ਉਹ ਹੁਣ ਤੁਹਾਨੂੰ ਪੈਸੇ ਦੇ ਕੇ ਲੈਣਾ ਪਿਆ ਕਰਨਾ, ਉਹ ਵੀ ਪੂਰੇ। ਦੇਖੋ, ਇਹ ਬਹੁਤ ਵੱਡਾ ਫੈਸਲਾ ਹੋਇਆ ਭਾਰਤ ਦੀ ਸਰਕਾਰ ਦਾ ਜੀ।
ਔਰ ਇਹ ਓਮ ਬਿਰਲਾ ਜਿਹੜੇ ਆਪਣੇ ਲੋਕ ਸਭਾ ਦੇ ਸਪੀਕਰ ਨੇ, ਬੜੇ ਹਸਮੁਖ ਨੇ, ਕਈ ਵਾਰੀ ਮੈਂ ਦੇਖਦਾ ਹੁੰਦਾ ਜੀ, ਬਹੁਤ ਹਸਮੁਖ ਨੇ, ਕਈ ਵਾਰੀ ਐਮਪੀ ਬਣੇ ਨੇ ਤੇ ਹੁਣ ਉਹਨਾਂ ਨੂੰ ਜ਼ਿੰਮੇਵਾਰੀ ਬਹੁਤ ਵੱਡੀ ਦਿੱਤੀ ਗਈ ਹੈ। ਔਰ ਓਮ ਬਿਰਲਾ ਉਹਨਾਂ ਨੇ ਇਹ ਕਹਿੰਦੇ ਵੀ ਜਿਹੜੀ ਸੰਸਦ ਮੈਂਬਰਾਂ ਦੀ ਕੰਟੀਨ ਸੀ ਨਾ ਜੀ, ਭੋਜਨ ਤੇ ਦਿੱਤੀ ਜਾਣ ਵਾਲੀ ਸਬਸਿਡੀ ਬੰਦ ਕਰਤੀ। ਹੁਣ ਤੁਸੀਂ ਦੇਖੋ ਕਿੰਨੀਆਂ ਤਨਖਾਹਾਂ ਐਮਪੀਆਂ ਨੂੰ, ਹਾਂਜੀ, ਕਿੰਨੀਆਂ ਪੈਨਸ਼ਨਾਂ, ਕਿੰਨੇ ਭੱਤੇ, ਕਿੰਨਾ ਕੁਝ ਉਹਨਾਂ ਨੂੰ ਮਿਲਦਾ ਹੈ, ਰਹਿਣ ਨੂੰ ਥਾਵਾਂ ਮਿਲਦੀਆਂ, ਫਲੈਟ ਮਿਲਦੇ, ਕੋਠੀਆਂ ਵੀ ਮਿਲਦੀਆਂ ਹੋਣਗੀਆਂ। ਔਰ ਹੁਣ ਤਾਂ ਨਵਾਂ ਪਾਰਲੀਮੈਂਟ ਭਵਨ ਬਣ ਰਿਹਾ, ਕਹਿੰਦੇ ਉਹਦੇ 'ਚ ਵੱਡੇ ਵੱਡੇ ਇਹਨਾਂ ਦੇ ਮਕਾਨ ਹੋਣਗੇ ਅੰਦਰ ਹੀ, ਉਹ 'ਚ ਪੂਰੀਆਂ ਸਹੂਲਤਾਂ ਹੋਣਗੀਆਂ, ਸੁੱਖ ਸਹੂਲਤਾਂ ਹੋਣਗੀਆਂ, ਤੇ ਭੋਜਨ ਹਜੇ ਵੀ ਇਹਨਾਂ ਨੂੰ ਬੜਾ ਸਸਤਾ ਮਿਲ ਰਿਹਾ ਸੀ ਜੀ। ਆ ਮੇਰੇ ਕੋਲੇ ਰੇਟ ਲਿਸਟ ਹੈ, ਇਹ ਗੂਗਲ ਤੋਂ ਕੱਢੀ ਹੈ, ਜੇ ਕੋਈ 1-ਅੱਧਾ ਰੁਪਈਆ ਇੱਧਰ ਉੱਧਰ ਹੋ ਗਿਆ ਤੇ ਇਤਰਾਜ਼ ਨਾ ਕਰਿਓ ਜੀ, ਇਹ ਗੂਗਲ ਦੀ ਕੱਢੀ ਹੋਈ ਲਿਸਟ ਹੈ। ਇਹ ਉੱਤਰ ਰੇਲਵੇ ਹੈ ਨਾ ਜੀ, ਜਿਹੜਾ ਉੱਤਰ ਰੇਲਵੇ ਜੀ, ਪਾਰਲੀਮੈਂਟ ਹਾਊਸ 'ਚ ਉਹਨਾਂ ਦੀਆਂ ਕੰਟੀਨਾਂ ਚੱਲਦੀਆਂ ਸੀ, ਹਾਂਜੀ। ਸੋ ਰੇਟ ਪੜ੍ਹ ਕੇ ਮੈਂ ਤਾਂ ਹੈਰਾਨ ਹੋ ਗਿਆ ਜੀ, ਵੀ ਕੀ ਕੀ ਮਿਲਦਾ ਜੀ। 8 ਰੁਪਏ ਦਾ ਤਾਂ ਸੂਪ ਮਿਲਦਾ ਸੀ ਜੀ ਉੱਥੇ ਜੀ, 35 ਰੁਪਏ ਦਾ ਭੋਜਨ, 35 ਰੁਪਏ ਦਾ ਭੋਜਨ ਮੈਂਬਰ ਪਾਰਲੀਮੈਂਟ ਨੂੰ। ਔਰ ਦੇਖੋ ਜੀ, ਫਿਸ਼ ਫਰਾਈਡ ਵਿਦ ਚਿਪਸ 25 ਰੁਪਏ ਦਾ ਜੀ, ਇਹ ਤਾਂ ਰੇਟ ਪੜ੍ਹ ਕੇ ਹੈਰਾਨਾ। ਮਟਨ ਕਟਲਟ 18 ਰੁਪਏ ਦਾ ਮਿਲਦਾ ਸੀ ਜੀ, ਰੇਟ ਉੱਤੇ ਥੱਲੇ ਹੋ ਸਕਦਾ। ਉਬਲੀ ਸਬਜ਼ੀ 5 ਰੁਪਏ ਦੀ, ਲਓ ਜੀ, ਕਿਸੇ ਢਾਬੇ ਤੇ ਨਹੀਂ ਮਿਲਦੀ 5 ਰੁਪਏ ਦੀ ਜੀ। ਵੈਜੀਟੇਬਲ ਕਟਲਟ 10 ਰੁਪਏ ਦੇ। ਕਟਲਟ ਕੀ ਹੁੰਦਾ ਜੀ? ਉਹ ਗੋਲ ਗੋਲ ਬਣਾਏ ਹੁੰਦੇ ਨੇ, ਪਕੌੜੇ ਇੱਕ ਤਰ੍ਹਾਂ ਕਹਿ ਸਕਦੇ, ਪਕੌੜੇ ਟਾਈਪ। ਚਲੋ ਅਸੀਂ ਦੇਸੀਆਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਜੀ। ਮਟਨ ਕੜੀ 20 ਰੁਪਏ ਦੀ, ਚਿਕਨ ਕੜੀ 29 ਰੁਪਏ ਦੀ, ਚਿਕਨ ਰੋਸਟ ਵਿਦ ਬੀ ਵੈਜ, ਇਹ ਪਤਾ ਨਹੀਂ ਕੀ ਹੈ, 41 ਰੁਪਏ ਦਾ ਜੀ। ਰਾਈਸ ਬੋਇਲਡ, ਦੇਖੋ ਉਬਲੇ ਚੌਲ 4 ਰੁਪਏ ਦੇ ਜੀ। ਸਾਡੇ ਤਾਂ ਜਨਮ ਦਿਹਾੜੇ ਤੇ ਹੀ ਸਾਡੀਆਂ ਬੀਬੀਆਂ, ਸਾਡੀਆਂ ਮਾਤਾ ਬਣਾ ਲੈਂਦੀਆਂ ਸੀ ਗੁੜ ਵਾਲੇ ਚੌਲ, ਉਹ ਬੜੇ ਸਵਾਦ ਹੁੰਦੇ ਸੀ ਜੀ, ਕਈ ਵਾਰੀ ਸਕੂਲ ਵੀ ਲੈ ਜਾਂਦੇ ਸੀ ਵੰਡਣ ਲਈ ਦੋਸਤਾਂ ਨੂੰ। ਚਪਾਤੀ 1 ਰੁਪਏ ਦੀ, ਰੋਟੀ 1 ਰੁਪਏ ਦੀ, ਆਮਲੇਟ 10 ਰੁਪਏ ਦਾ ਤੇ ਉਬਲਿਆ ਅੰਡਾ 8 ਰੁਪਏ ਦਾ, ਐਗ ਫਰਾਈਡ 8 ਰੁਪਏ ਦਾ ਜੀ। ਲਓ ਜੀ, ਬੋਇਲਡ ਐਗ 4 ਰੁਪਏ ਦਾ ਤੇ ਬੜਾ ਕੁਛ ਹੈ ਜੀ। ਦਹੀਂ ਸਿਰਫ 3 ਰੁਪਏ ਦਾ, ਕੀ ਬਾਤ ਹੈ ਜੀ। ਕੌਫੀ 4 ਰੁਪਏ ਦੀ, ਮਸਾਲਾ ਡੋਸਾ 6 ਰੁਪਏ, ਸਾਦਾ ਡੋਸਾ 4 ਰੁਪਏ ਦਾ, ਸ਼ਾਕਾਹਾਰੀ ਭੋਜਨ 18 ਰੁਪਏ ਦਾ। ਦੇਖੋ ਜੀ, ਰੁਮਾਲੀ ਰੋਟੀ ਵੀ 1 ਰੁਪਏ ਦੀ, ਢਾਬਿਆਂ ਤੇ ਬੜੀ ਮਹਿੰਗੀ ਵਿਕਦੀ ਹੈ ਜੀ। ਮੈਨੂੰ ਬੜਾ ਚੰਗਾ ਲੱਗ ਰਿਹਾ ਰੇਟ ਪੜ੍ਹ ਕੇ। ਜੇ ਕਿਤੇ ਆਹ ਰੇਟ ਦੇਖੋ, ਹੁਣ ਤੁਸੀਂ ਗਗਨ ਇੱਕ ਗੱਲ ਸਮਝੋ, ਕਿਸਾਨ ਜਿਹੜੇ ਅੰਦੋਲਨ ਕਰ ਰਹੇ ਆ ਨਾ ਜੀ, ਉਹਨਾਂ ਦੇ ਪੀਜ਼ਿਆਂ ਤੇ ਇਤਰਾਜ਼ ਕਰੀ ਜਾਂਦੇ ਸੀ ਜੀ, ਵੀ ਕਹਿੰਦੇ ਕਿਸਾਨ ਪੀਜ਼ਾ ਖਾਈ ਜਾਂਦੇ ਨੇ। ਆ ਦੇਖ ਲਓ, ਪਾਰਲੀਮੈਂਟ ਦਾ ਰੇਟ ਦੱਸਦਾ ਮੈਂ ਪੀਜ਼ੇ ਦਾ, 20 ਰੁਪਏ ਦਾ ਪੀਜ਼ਾ ਮਿਲਦਾ ਸੀ ਜੀ ਉੱਥੇ ਪਾਰਲੀਮੈਂਟ 'ਚ ਜੀ। 2 ਪੀਸ ਸੈਂਡਵਿਚ 11 ਰੁਪਏ ਦੇ, ਕਮਾਲ ਹੋਈ ਪਈ ਜੀ। 8 ਰੁਪਏ ਦੀ ਖੀਰ ਜੀ, ਲੀਚੀ 12 ਰੁਪਏ ਦੀ, ਅੰਗੂਰ 12 ਰੁਪਏ ਦੇ। ਪਰ ਤੁਸੀਂ ਦੇਖ ਲਓ ਜੀ, ਰੇਟ ਲਿਸਟ ਪੜ੍ਹ ਕੇ, ਇਡਲੀ ਵਿਦ ਸਾਂਬਰ 2 ਰੁਪਏ ਦੀ ਜੀ, ਚਿਪਸ ਪਟਾਟੋ 6 ਰੁਪਏ ਦੇ। ਹੁਣ ਤੁਸੀਂ ਦੇਖੋ, ਪਨੀਰ ਪਕੌੜਾ 20 ਰੁਪਏ ਦਾ, ਸਾਊਥ ਇੰਡੀਅਨ ਥਾਲੀ 18 ਰੁਪਏ ਦੀ। ਇਹ ਜਿਹੜੇ ਮੈਂ ਰੇਟ ਸਾਂਝੇ ਕਰ ਰਿਹਾ ਨਾ, ਇਹ ਗੂਗਲ ਤੋਂ ਕੱਢਿਆ ਸੀ। ਹੋ ਸਕਦਾ ਇਹ ਪੂਰੀ ਤਰ੍ਹਾਂ ਦਰੁਸਤ ਨਾ ਹੋਣ, ਕਿਤੇ ਮਾੜਾ ਮੋਟਾ ਰੇਟ ਇੱਧਰ ਉੱਧਰ ਹੋ ਸਕਦਾ, ਪਰ ਥਾਲੀ ਸਿਰਫ 35 ਰੁਪਏ ਦੀ ਭੋਜਨ ਦੀ, ਦਿੱਲੀ 'ਚ, ਉਹ ਵੀ ਦਿੱਲੀ ਵਰਗੇ ਸ਼ਹਿਰ 'ਚ। ਜੇ ਕੋਈ ਪੰਜਾਬੀ ਦਿੱਲੀ ਜਾਂਦਾ ਨਾ ਜੀ, ਉਹ 1000-2000 ਵੱਧ ਲੈ ਕੇ ਜਾਂਦਾ, ਕਿਉਂਕਿ ਕਹਿੰਦੇ ਉੱਥੇ ਪਾਣੀ ਵੀ ਵਿਕਦਾ, ਮੁਫਤ 'ਚ ਨਹੀਂ ਮਿਲਦਾ। ਪੰਜਾਬ 'ਚ ਤਾਂ ਆਪਣੇ ਜਿਹਦੇ ਮਰਜ਼ੀ ਦੁਕਾਨ ਮੂਹਰੇ ਖੜ ਕੇ ਪਾਣੀ ਪੀਓ, ਨਾਲੇ ਅਗਲਾ ਇੱਜ਼ਤ ਮਾਨ ਨਾਲ ਪਾਣੀ ਪਿਲਾਊਗਾ, ਨਾਲੇ ਗੁੜ ਦੇਊਗਾ ਭੋਰਾ ਨਾਲ ਪਾਣੀ ਤੋਂ ਪਹਿਲਾਂ, ਜਾਂ ਕੋਈ ਬਿਸਕੁਟ ਦੇਊਗਾ। ਹੁਣ ਜਿਹੜੇ ਮੈਂ ਰੇਟ ਦੱਸੇ ਨੇ, ਜਿਸ ਕੋਲ ਪਾਰਲੀਮੈਂਟ ਦੀ ਕੰਟੀਨ 'ਚ ਮਿਲਦੇ ਨੇ, ਤੁਸੀਂ ਦੱਸੋ ਸਾਡੇ ਕਿਸਾਨਾਂ ਨੂੰ ਮਿਲਦੇ ਨੇ? ਬਿਲਕੁਲ ਹੈ ਜੀ। ਸੋ ਲਗਭਗ ਇਹਨਾਂ ਨੂੰ ਉਸ ਰੇਟ ਤੇ ਖਾਣ ਨੂੰ ਮਿਲ ਰਿਹਾ ਜਿਸ ਰੇਟ ਤੇ ਕਿਸਾਨਾਂ ਤੋਂ ਸਮਾਨ ਚੱਕਿਆ ਜਾਂਦਾ ਜੀ, ਹੈ ਜੀ। ਉਸ ਰੇਟ ਤੇ ਪਾਰਲੀਮੈਂਟ 'ਚ ਸਾਡੇ ਐਮਪੀਆਂ ਨੂੰ ਖਾਣ ਨੂੰ ਮਿਲ ਰਿਹਾ ਸੀ ਜਿਸ ਰੇਟ ਤੇ ਲਗਭਗ ਕਿਸਾਨਾਂ ਤੋਂ ਲਿਆ ਜਾਂਦਾ ਸੀ। ਸੋ ਪ੍ਰੋਫਿਟ ਨਾਲ ਕਿਸਾਨਾਂ ਨੂੰ ਸਾਰਾ ਕੁਝ ਮਿਲਣਾ ਚਾਹੀਦਾ ਹੈ। ਸੋ ਹੁਣ ਚਲੋ, ਇਹ ਬੜੀ ਚੰਗੀ ਗੱਲ ਹੋਈ ਜੀ ਵੀ ਇਹਨਾਂ ਨੇ ਆ ਸਬਸਿਡੀ ਬੰਦ ਕਰਤੀ, ਕਿਉਂਕਿ ਮੈਂਬਰ ਪਾਰਲੀਮੈਂਟ, ਗਰੀਬ ਤੋਂ ਗਰੀਬ ਮੈਂਬਰ ਪਾਰਲੀਮੈਂਟ ਨੂੰ ਤਨਖਾਹ ਚੰਗੀ ਮਿਲਦੀ ਹੈ ਜੀ। ਮੁਲਕ 'ਚ ਭੱਤੇ ਵੀ ਬੜੇ ਮਿਲਦੇ ਨੇ ਜੀ। ਜਦੋਂ ਰਿਟਾਇਰ ਹੋ ਜਦੋਂ ਇੱਕ ਟਰਮ ਪੂਰੀ ਹੋ ਜਾਂਦੀ ਹੈ ਨਾ ਜੀ ਗਗਨ, 5 ਸਾਲ ਪੂਰੇ ਹੋ ਗਏ ਜੀ, ਜਿਹੜਾ ਦੂਜੀ ਵਾਰੀ ਐਮਪੀ ਬਣ ਗਿਆ ਉਹਨੂੰ ਪਿਛਲੇ ਦੀ ਵੀ ਪੈਨਸ਼ਨ ਮਿਲਣੀ।
ਸੋ ਇਸ ਕਰਕੇ ਇਸ ਪਾਸੇ ਸਾਡੀਆਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਇਹ ਸਬਸਿਡੀ ਬੰਦ ਕੀਤੀ ਹੈ ਖਾਣ ਪੀਣ ਤੇ, ਇਹ ਸ਼ਲਾਘਾਯੋਗ ਕਦਮ ਹੈ। ਔਰ ਇਸੇ ਤਰ੍ਹਾਂ ਪੈਨਸ਼ਨ ਵੀ ਇੱਕੋ ਕਰ ਦਿਓ, ਜਿਵੇਂ ਸਾਡੇ ਫੌਜ ਵਾਲਿਆਂ ਦੀ ਮੰਗ ਸੀ ਨਾ, ਇੱਕ ਰੈਂਕ ਇੱਕ ਪੈਨਸ਼ਨ ਜੀ, ਤੇ ਉਦਾਂ ਹੀ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਇੱਕ ਅਹੁਦਾ ਇੱਕੋ ਵਾਰੀ ਪੈਨਸ਼ਨ, ਬਸ ਐ ਵੀ ਜੇ ਇੱਕ ਵਾਰੀ ਤੁਸੀਂ ਵੱਡੇ ਤੋਂ ਵੱਡਾ ਅਹੁਦੇ ਦੀ ਪੈਨਸ਼ਨ ਦੇ ਦਿਓ, ਜੇ ਤੁਸੀਂ MP ਬਣ ਗਏ ਤੇ MP ਦੀ ਪੈਨਸ਼ਨ ਲਓ, ਫਿਰ ਕਾਉਂਸਲਰ ਦੀ MLA ਦੀ ਪੈਨਸ਼ਨ ਬੰਦ ਹੋ ਜਾਣੀ ਚਾਹੀਦੀ ਹੈ। ਇਸ ਪਾਸੇ ਵੀ ਮੋਦੀ ਸਾਹਿਬ ਜ਼ਰੂਰ ਧਿਆਨ ਦੇਣਗੇ ਜੀ, ਮੈਨੂੰ ਲੱਗਦਾ ਜੀ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਇੱਕੋ ਹੀ ਪੈਨਸ਼ਨ ਕਰ ਦੇਣਗੇ ਮੋਦੀ ਸਾਹਿਬ, ਮੈਨੂੰ ਲੱਗਦਾ ਉਹਨਾਂ ਦੇ ਰਵੱਈਏ ਤੋਂ। ਬਿਲਕੁਲ। ਸੋ ਇੱਥੇ ਵੀ ਦਰੁਸਤ ਕਰ ਦਈਏ ਕਿ ਜਿਹੜੇ ਖਾਣੇ ਦੇ ਵਿੱਚ ਰੇਟ ਦੇ ਵਿੱਚ ਤਬਦੀਲੀ ਹੋਈ ਇਸ ਕਰਕੇ ਕਿਉਂਕਿ ਪਹਿਲਾਂ ਇਹ ਜਿਹੜਾ ਉੱਤਰ ਰੇਲਵੇ ਜਿਹੜੀ ਰੇਲਵੇ ਡਿਪਾਰਟਮੈਂਟ ਆ ਉਹਦੇ ਕੋਲੇ ਸਾਰਾ ਕੰਟੀਨ ਹੁੰਦੀ ਸੀ ਤੇ ਹੁਣ ਇਹਨੂੰ ਬਦਲ ਕੇ ਇਹਦਾ ਡਿਪਾਰਟਮੈਂਟ ਜਿਹੜਾ ਉਹ ਬਦਲ ਦਿੱਤਾ ਗਿਆ ਹੈ। ਟਰੈਵਲਿੰਗ ਟੂਰ ਐਂਡ ਟਰੈਵਲਿੰਗ ਡਿਪਾਰਟਮੈਂਟ ਆ ਜਿਹੜਾ ਹੁਣ ਉਹਦੇ ਹੱਥ ਕੰਟੀਨ ਜਾਏਗੀ। ਸੋ ਇਸ ਕਰਕੇ ਸਬਸਿਡੀਆਂ ਨਹੀਂ ਮਿਲਣਗੀਆਂ। ਸੋ ਕਹਾਂਗੇ ਸੰਸਦ ਮੈਂਬਰਾਂ ਨੂੰ ਜਿਨ੍ਹਾਂ ਨੇ ਜਾਣਾ ਜੇਬ ਦੇ ਵਿੱਚ ਥੋੜੇ ਬਹੁਤ ਪੈਸੇ ਵੱਧ ਪਾ ਕੇ ਜਾਇਓ ਕਿਉਂਕਿ ਹੁਣ ਸਬਸਿਡੀ ਵਾਲਾ ਖਾਣਾ ਨਹੀਂ ਮਿਲੇਗਾ। ਇੱਕ ਡੱਲਾ ਜੀ, ਇੱਕ ਸੰਸਦ ਮੈਂਬਰ ਨੇ ਗੁਰਦਾਸਪੁਰ ਤੋਂ ਜਿੱਤੇ ਨੇ, ਫਿਲਮੀ ਅਦਾਕਾਰ ਵੀ ਨੇ, ਉਹਨਾਂ ਦੇ ਸਪੁੱਤਰ ਦੇ ਟਵੀਟ ਬੜੇ ਚਰਚਾਵਾਂ ਦੇ ਵਿੱਚ ਨੇ। ਬਿਲਕੁਲ ਜੀ, ਉਹਨਾਂ ਦੇ ਪੁੱਤਰ ਦੇ ਟਵੀਟ ਮੇਰੇ ਕੋਲੇ ਵੀ ਨੇ, ਕਰਨ ਦਿਓਲ ਦਾ ਜੀ ਟਵੀਟ ਹੈਗੇ ਨੇ। ਸੋ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੂੰਗਾ। ਸਾਰੇ ਲੋਕ ਟਵਿੱਟਰ ਤੇ ਅੱਜ ਕੱਲ ਟਵੀਟ ਪੜ੍ਹ ਹੀ ਲੈਂਦੇ ਨੇ ਜੀ, ਵੈਸੇ ਤਾਂ ਪੜ੍ਹ ਹੀ ਲਏ ਹੋਣੇ ਸਾਰਿਆਂ ਨੇ। ਸੋ ਸਨੀ ਦਿਓਲ ਦੇ ਪੁੱਤ ਦੇ ਟਵੀਟ ਨੇ, ਸੋ ਮੌਕਾ ਲੱਗਿਆ ਤਾਂ ਜ਼ਰੂਰ ਪੜ੍ਹਿਓ। ਸੋ ਹਰੇਕ ਨੂੰ ਵਿਚਾਰਾਂ ਦੀ ਪ੍ਰਗਟ ਕਰਨ ਦੀ ਆਜ਼ਾਦੀ ਹੈ, ਪਰ ਵਿਚਾਰ ਨੇ ਜਿਹੜੇ ਉਹ ਬਹੁਤ ਸੋਚ ਸਮਝ ਕੇ ਪ੍ਰਗਟ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਜਿਹੜੀ ਪੰਜਾਬ ਦੀ ਕਿਸਾਨੀ ਹੈ ਨਾ ਜੀ, ਉਹ ਰੱਬ ਹੈ। ਸੋ ਰੱਬ ਤੇ ਟਿੱਪਣੀਆਂ ਤੋਂ ਪਹਿਲਾਂ ਜ਼ਰੂਰ ਸੋਚ ਲੈਣਾ ਚਾਹੀਦਾ ਜੀ। ਸੋ ਇਹ ਖਾਸ ਖਬਰਾਂ ਸੀ ਜਿਨ੍ਹਾਂ ਦੇ ਉੱਤੇ ਚਰਚਾਵਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀਆਂ ਸੀ। ਸੋ ਅੱਜ ਦਾ ਦਿਨ ਅਹਿਮ ਮੰਨਾਂਗੇ ਤੇ ਇਹ ਵੀ ਮੰਨਾਂਗੇ ਕਿ ਜੇਕਰ ਅੱਜ ਦੇ ਦਿਨ ਦੇ ਵਿੱਚ ਕੋਈ ਫੈਸਲਾ ਸਰਕਾਰ ਦੇ ਵੱਲੋਂ ਲਿਆ ਜਾਂਦਾ ਹੈ ਤੇ ਇਤਿਹਾਸਿਕ ਪੱਖ ਤੋਂ ਇਹ ਦਿਨ ਬਹੁਤ ਮਹਾਨ ਹੈ ਤੇ ਕਿਤੇ ਨਾ ਕਿਤੇ ਸਰਕਾਰ ਦੇ ਫੈਸਲਿਆਂ ਤੋਂ ਜੇਕਰ ਇਹ ਦਿਨ ਮਹਾਨ ਹੋ ਜਾਵੇ ਤਾਂ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ ਹੋਵੇਗੀ। ਸੋ ਕਿਸਾਨਾਂ ਨੇ ਵੀ ਅੱਜ ਵੱਖ-ਵੱਖ ਮੋਰਚਿਆਂ ਦੇ ਉੱਤੇ, ਸਿੰਘੂ ਹੋਵੇ, ਟਿੱਕਰੀ ਹੋਵੇ ਜਾਂ ਕੁੰਡਲੀ ਹੋਵੇ ਜਾਂ ਵੱਖੋ ਵੱਖਰੇ ਜਿੱਥੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ, ਉਹਨਾਂ ਦੇ ਵੱਲੋਂ ਅੱਜ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤੇ ਨਾਲ ਹੀ ਸੰਕਲਪ ਦਿਹਾੜਾ ਵੀ ਮਨਾਇਆ ਜਾਣਾ। ਸੋ ਇਸ ਕਰਕੇ ਅੱਜ ਦਾ ਦਿਨ ਕਿਸਾਨਾਂ ਦੇ ਲਈ ਬਹੁਤ ਅਹਿਮ ਹੈ। ਸੋ ਸਾਰੇ ਹੀ ਦਰਸ਼ਕਾਂ ਨੂੰ ਅੱਜ ਦੇ ਗੁਰੂ ਸਾਹਿਬ ਦੇ ਇਸ ਪਵਿੱਤਰ ਦਿਹਾੜੇ ਦੀਆਂ ਮੁਬਾਰਕਬਾਦ ਵੀ ਤੇ ਹੁਣ ਇਜਾਜ਼ਤ ਦੇਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।